ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਵਿਗਨਨ ਕੇ ਨਾਸ਼ਕ ਵਿਗਨਨ ਕੇ ਨਾਸ਼ਕ ਹਰਿ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਾਮ ਕਰ ਜੋਰੀ ਨਾਮ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਿਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਾਰੋ ਤਾਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਓਦਦ ਬੰਦਾ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ੍ਹਾਂ ਜੀਤੇ ਪੰਜ ਵਿਕਾਰ। ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਧਾਰ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ।
ਸਾਧ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਬਿਨਾਸਨ ਸੋਏ। ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਰਹਿਮਤਾਂ ਦੇ ਸਾਗਰ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਪਾਵਨ ਔਰ ਪਵਿੱਤਰ ਦਰਬਾਰ ਅੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਚਰਨ ਪਰਸ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਸਤ ਸੰਗਤ ਦੀਆਂ ਅਮੋਲਕ ਘੜੀਆਂ ਦੀ ਬਖਸ਼ਿਸ਼ ਹੋਈ ਹੈ। ਆਓ ਗੁਰ ਇਤਿਹਾਸ ਦੀਆਂ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਗੁਰਦੇਵ ਸਤਿਗੁਰਾਂ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ ਦੁਹਰਾਈਏ। ਆਗਿਆ ਪਾਉਂਦੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਚਮ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਪਵਿੱਤਰ ਇਤਿਹਾਸ ਸ਼੍ਰਵਣ ਕਰ ਰਹੇ ਹਾਂ। ਜਿਸ ਸਮੇਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਚਰਨਾਂ ਦੀ ਸ਼ਰਨ ਵਿੱਚ ਇੱਕ ਗੁਰਮੁਖ ਨਾਮ ਦਾ ਗੁਰਸਿੱਖ ਆਇਆ ਹੈ, ਆ ਕਰਕੇ ਬੇਨਤੀ ਕੀਤੀ, ਮਹਾਰਾਜ ਕਿਸੇ ਐਸੇ ਗੁਰਸਿੱਖ ਦੇ ਦਰਸ਼ਨ ਕਰਵਾਵੋ ਜੋ ਹਮੇਸ਼ਾ ਆਪ ਜੀਆਂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦਾ ਹੋਵੇ। ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਗੁਰਸਿੱਖਾਂ ਨੂੰ ਵਡਿਆਈ ਬਖਸ਼ਦਿਆਂ ਗੁਜਰਾਤ ਇਲਾਕੇ ਵਿੱਚ ਭਾਈ ਭਿਖਾਰੀ ਦਾ ਪਤਾ ਦੱਸਿਆ ਹੈ ਕਿ ਭਾਈ ਗੁਰਮੁਖ ਜੀ ਜੋ ਭਾਈ ਭਿਖਾਰੀ ਹੈ ਉਸ ਨੂੰ ਜਾ ਕੇ ਮਿਲਣਾ ਕਰੋ, ਤੁਹਾਡੇ ਸਾਰਿਆਂ ਹੀ ਸਵਾਲਾਂ ਦਾ ਜਵਾਬ ਮਿਲ ਜਾਵੇਗਾ। ਭਾਈ ਗੁਰਮੁਖ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੁਜਰਾਤ ਇਲਾਕੇ ਵਿੱਚ ਜਾ ਕਰਕੇ ਭਾਈ ਭਿਖਾਰੀ ਨੂੰ ਮਿਲਦੇ ਨੇ ਔਰ ਭਾਈ ਭਿਖਾਰੀ ਦੇ ਘਰ ਵਿੱਚ ਵਿਆਹ ਰੱਖਿਆ ਹੁੰਦਾ ਹੈ ਔਰ ਇਸ ਪ੍ਰਕਾਰ ਇੱਕ ਪਾਸੇ ਤੇ ਵਿਆਹ ਦਾ ਸਮਾਗਮ ਚੱਲਦਾ ਹੈ, ਦੂਸਰੇ ਪਾਸੇ ਭਾਈ ਭਿਖਾਰੀ ਜੀ ਕਿਤੇ ਸੁੱਕੀਆਂ ਲੱਕੜਾਂ ਲਿਆ ਕੇ ਰੱਖਦੇ ਨੇ, ਪਾਟੀਆਂ ਦਰੀਆਂ ਸਿਆਉਂਦੇ ਨੇ ਆਦਿ। ਇਸੇ ਪ੍ਰਕਾਰ ਵਿਆਹ ਹੋ ਜਾਂਦਾ ਹੈ। ਪੁੱਤਰ ਆਪਣੇ ਘਰਵਾਲੀ ਨੂੰ ਵਿਆਹ ਲਿਆਉਂਦਾ ਹੈ ਔਰ 2 ਦਿਨਾਂ ਬਾਅਦ ਪੁੱਤਰ ਚੜ੍ਹਾਈ ਕਰ ਜਾਂਦਾ ਹੈ। ਜਿਸ ਸਮੇਂ ਪੁੱਤਰ ਚੜ੍ਹਾਈ ਕਰ ਜਾਂਦਾ ਹੈ, ਭਾਈ ਭਿਖਾਰੀ ਜੀ ਨੂੰ ਭਾਈ ਗੁਰਮੁਖ ਜੀ ਆ ਕੇ ਬੇਨਤੀ ਕਰਦੇ ਨੇ ਕਿ ਆਪ ਜੀਆਂ ਨੂੰ ਇਹ ਸਾਰੀ ਗੱਲ ਦਾ ਪਤਾ ਸੀ ਕਿ ਐਸਾ ਵਰਤਾਰਾ ਵਰਤਣਾ ਹੈ 2 ਦਿਨਾਂ ਦੇ ਬਾਅਦ। ਤੇ ਭਾਈ ਭਿਖਾਰੀ ਜੀ ਕਹਿਣ ਲੱਗੇ, ਹਾਂ ਮੈਨੂੰ ਇਹ ਸਾਰੀ ਜਾਣਕਾਰੀ ਸੀ। ਭਾਈ ਗੁਰਮੁਖ ਨੇ ਬੇਨਤੀ ਕੀਤੀ, ਫਿਰ ਸੱਚੇ ਸਤਿਗੁਰਾਂ ਕੋਲ ਅਰਦਾਸ ਕਿਉਂ ਨਹੀਂ ਕੀਤੀ? ਆਪਣੇ ਪੁੱਤਰ ਦੀ ਲੰਬੀ ਉਮਰ ਦੀ ਅਰਦਾਸ ਕਰਨੀ ਸੀ। ਤੇ ਭਾਈ ਭਿਖਾਰੀ ਜੀ ਕਹਿਣ ਲੱਗੇ ਕਿ ਗੁਰੂ ਤੋਂ ਜਦੋਂ ਵੀ ਕੁਝ ਮੰਗਣਾ ਹੋਵੇ ਤੇ ਹਮੇਸ਼ਾ ਸੱਚ ਮੰਗਣਾ ਚਾਹੀਦਾ ਹੈ, ਝੂਠ ਨਹੀਂ ਮੰਗਣਾ ਚਾਹੀਦਾ। ਇਹ ਜੀਵਨ ਝੂਠਾ ਹੈ। ਕਿੰਨੀਆਂ ਮਰਜ਼ੀ ਅਰਦਾਸਾਂ ਕਰ ਲਵੋ, ਇੱਕ ਨਾ ਇੱਕ ਦਿਨ ਸੰਸਾਰ ਤੋਂ ਜਾਣਾ ਹੀ ਹੈ। ਤੇ ਜੋ ਮੌਤ ਹੈ ਉਹ ਅਟੱਲ ਸੱਚਾਈ ਹੈ, ਜੋ 84 ਲੱਖ ਜੂਨਾਂ ਵਿੱਚ ਹਰ ਇੱਕ ਜੀਵ ਨੂੰ ਮਨੁੱਖ ਨੂੰ ਆਉਣੀ ਹੈ। ਕਿਸੇ ਨੂੰ ਅੱਜ ਹੈ, ਕਿਸੇ ਨੂੰ ਕੱਲ੍ਹ ਹੈ। ਇਸ ਪ੍ਰਕਾਰ ਭਾਈ ਭਿਖਾਰੀ ਜੀ ਕਹਿਣ ਲੱਗੇ ਕਿ ਪਰਮੇਸ਼ਰ ਦੇ ਭਾਣੇ ਵਿੱਚ ਰਹਿਣਾ ਚਾਹੀਦਾ ਹੈ।
ਵਾਹਿਗੁਰੂ ਖੁਸ਼ੀਆਂ ਬਖਸ਼ੇ ਤੇ ਖੁਸ਼ੀਆਂ ਹੰਢਾ ਲੈਣੀਆਂ ਚਾਹੀਦੀਆਂ ਨੇ। ਜੇਕਰ ਉਹ ਵਾਹਿਗੁਰੂ ਦੁੱਖਾਂ ਦੀ ਘੜੀ ਬਖਸ਼ ਦੇਵੇ ਤੇ ਦੁੱਖਾਂ ਦੀ ਘੜੀ ਨੂੰ ਵੀ ਏਦਾਂ ਹੰਢਾਉਣਾ ਹੀ ਪੈਣਾ ਹੈ। ਭਾਵੇਂ ਵਾਹਿਗੁਰੂ ਸੁੱਖ ਬਖਸ਼ੇ ਤਾਂ ਵੀ ਉਹਦਾ ਪੱਲਾ ਨਹੀਂ ਛੱਡੀਦਾ, ਭਾਵੇਂ ਵਾਹਿਗੁਰੂ ਦੁੱਖ ਦੇਵੇ ਤੇ ਤਾਂ ਵੀ ਉਹਦਾ ਪੱਲਾ ਨਹੀਂ ਛੱਡੀਦਾ। ਜੋ ਖੁਸ਼ੀਆਂ ਦੇ ਵਿੱਚ ਪਰਮੇਸ਼ਰ ਦਾ ਸ਼ੁਕਰਾਨਾ ਨਹੀਂ ਕਰਦੇ ਤੇ ਦੁੱਖਾਂ ਦੇ ਵਿੱਚ ਅਰਦਾਸ ਨਹੀਂ ਕਰਦੇ, ਉਹ ਮਨਮੁਖ ਅਖਵਾਉਂਦੇ ਨੇ। ਜੋ ਖੁਸ਼ੀਆਂ ਵਿੱਚ ਸ਼ੁਕਰਾਨਾ ਕਰਦੇ ਨੇ ਤੇ ਦੁੱਖਾਂ ਦੇ ਸਮੇਂ ਵੀ ਪੱਲਾ ਨਹੀਂ ਛੱਡਦੇ, ਉਦੋਂ ਵੀ ਭਾਣਾ ਮੰਨਦੇ ਨੇ। ਭਾਈ ਭਿਖਾਰੀ ਜੀ ਕਹਿੰਦੇ ਉਦੋਂ ਗੁਰਮੁਖ ਅਖਵਾਉਂਦੇ ਨੇ। ਇਸ ਪ੍ਰਕਾਰ ਜਦੋਂ ਭਾਈ ਭਿਖਾਰੀ ਨੇ ਦੱਸਣਾ ਕੀਤਾ ਹੈ ਕਿ ਇਹ ਪਿਛਲੇ ਜਨਮਾਂ ਦਾ ਲੇਖਾ ਜੋਖਾ ਹੁੰਦਾ ਹੈ। ਕੀਤੇ ਗਏ ਕਰਮਾਂ ਦਾ ਜਿਹੜਾ ਫਲ ਹੈ ਹਰ ਇੱਕ ਇਨਸਾਨ ਨੂੰ ਭੁਗਤਣਾ ਪੈਂਦਾ ਹੈ। ਜੋ ਬੀਜਦਾ ਹੈ ਸੋਈ ਵੱਢਦਾ ਹੈ। ਕੋਈ ਚੰਗੇ ਕਰਮ ਕਰੇਗਾ ਤੇ ਜੀਵਨ ਅੰਦਰ ਚੰਗਾ ਹੋਵੇਗਾ, ਕੋਈ ਭੈੜਾ ਕਰਮ ਕਮਾਵੇਗਾ ਤੇ ਜੀਵਨ ਅੰਦਰ ਭੈੜਾ ਸਮਾਂ ਆ ਜਾਵੇਗਾ। ਜਦੋਂ ਐਸੇ ਬਚਨ ਭਾਈ ਗੁਰਮੁਖ ਨੇ ਸੁਣੇ, ਦੋਨੋਂ ਹੱਥ ਜੋੜ ਕੇ ਚਰਨੀ ਹੱਥ ਲਾਏ ਕਿ ਭਾਈ ਭਿਖਾਰੀ ਜੀ, ਨਾਮ ਤੇ ਮੇਰਾ ਗੁਰਮੁਖ ਹੈ, ਪਰ ਗੁਰਮੁਖਾਂ ਵਾਲੇ ਜੋ ਸਾਰੇ ਲੱਛਣ ਹਨ ਉਹ ਤੁਹਾਡੇ ਜੀਵਨ ਅੰਦਰ ਦਿਖਾਈ ਦਿੰਦੇ ਨੇ। ਇਸਦਾ ਕੁਝ ਕੁ ਸਮਾਂ ਰਹਿ ਕਰਕੇ ਭਾਈ ਗੁਰਮੁਖ ਜੀ ਗੁਜਰਾਤ ਇਲਾਕੇ ਤੋਂ ਚੱਲਦੇ ਹੋਏ ਸ਼੍ਰੀ ਅੰਮ੍ਰਿਤਸਰ ਸਾਹਿਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਕੋਲ ਪਹੁੰਚਦੇ। ਜਦੋਂ ਭਾਈ ਗੁਰਮੁਖ ਨੇ ਆ ਕਰਕੇ ਸੱਚੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਤੇ ਮਹਾਰਾਜ ਹੱਸਦੇ ਹੱਸਦੇ ਪੁੱਛਣ ਲੱਗੇ, ਆਓ ਭਾਈ ਗੁਰਮੁਖ ਜੀ, ਤੁਸੀਂ ਗੁਜਰਾਤ ਇਲਾਕੇ ਵਿੱਚ ਸਾਡੇ ਗੁਰਸਿੱਖ ਭਾਈ ਭਿਖਾਰੀ ਨੂੰ ਮਿਲ ਆਏ ਹੋ। ਕਿਵੇਂ ਹੈ ਉਸ ਦਾ ਜੀਵਨ, ਕੈਸੀ ਰਹਿਤ ਵਹਿਤ ਰੱਖਦਾ ਹੈ, ਸਾਡੇ ਭਾਣੇ ਨੂੰ ਕਿਵੇਂ ਮੰਨਦਾ ਹੈ। ਤੇ ਭਾਈ ਗੁਰਮੁਖ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮਹਾਰਾਜ, ਜੈਸੇ ਗੁਰਸਿੱਖ ਦੇ ਮੈਂ ਜੀਵਨ ਅੰਦਰ ਦਰਸ਼ਨ ਚਾਹੁੰਦਾ ਸੀ, ਬਿਲਕੁਲ ਭਾਈ ਭਿਖਾਰੀ ਜੀ ਉਹੋ ਜਿਹੇ। ਉਹਦੇ ਪੁੱਤਰ ਦਾ ਵਿਆਹ ਸੀ ਤੇ ਤਾਂ ਵੀ ਉਹ ਵਾਹਿਗੁਰੂ ਦੇ ਨਾਲ ਜੁੜਿਆ ਸੀ, ਨਿਤਨੇਮ ਕਰਦਾ ਸੀ, ਗੁਰਬਾਣੀ ਪੜ੍ਹਦਾ ਸੀ। ਤੇ ਕੁਝ ਕੁ ਦਿਨਾਂ ਬਾਅਦ ਪੁੱਤਰ ਚੜ੍ਹਾਈ ਕਰ ਗਿਆ ਤੇ ਉਹ ਤਾਂ ਵੀ ਵਾਹਿਗੁਰੂ ਦੀ ਯਾਦ ਵਿੱਚ ਜੁੜਿਆ ਰਿਹਾ, ਗੁਰਬਾਣੀ ਪੜ੍ਹਦਾ ਰਿਹਾ, ਆਪ ਜੀਆਂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਭਾਈ ਗੁਰਮੁਖ ਜੀ, ਜਿਹੜੇ ਗੁਰਸਿੱਖ ਸਾਡੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਨੇ, ਦੁੱਖਾਂ ਦਾ ਸਮਾਂ ਹੋਵੇ ਸੁੱਖਾਂ ਦਾ ਸਮਾਂ ਹੋਵੇ, ਸਾਡਾ ਦਰ ਛੱਡ ਕੇ ਨਹੀਂ ਜਾਂਦੇ। ਤੇ ਐਸੇ ਗੁਰਸਿੱਖਾਂ ਨੂੰ ਫਿਰ ਅਸੀਂ ਲੋਕ ਤੇ ਪਰਲੋਕ ਵਿੱਚ ਹੱਥ ਦੇ ਕੇ ਰੱਖਿਆ ਕਰਦੇ ਹਾਂ। ਜਮਾਂ ਦੀਆਂ ਮਾਰਾਂ ਤੋਂ ਬਚਾ ਲੈਂਦੇ ਹਾਂ, ਨਰਕਾਂ ਦੀਆਂ ਤਾੜਾਂ ਤੋਂ ਦੁੱਖਾਂ ਤੋਂ ਬਚਾ ਲੈਂਦੇ ਹਾਂ। ਐਸੇ ਗੁਰਸਿੱਖਾਂ ਦਾ ਅਸੀਂ ਲੋਕ ਪਰਲੋਕ ਸਵਾਰਦੇ ਹਾਂ, ਜਿਹੜੇ ਸਾਡੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਹਨ। ਤੇ ਸੱਚੇ ਸਤਿਗੁਰਾਂ ਦੀ ਐਸੀ ਵਡਿਆਈ ਹੈ। ਕਵੀ ਸੰਤੋਖ ਸਿੰਘ ਜੀ ਕਹਿੰਦੇ, ਮੈਂ ਹੱਥ ਜੋੜ ਕੇ ਵੰਦਨਾ ਕਰਦਾ ਹਾਂ, ਨਮਸਕਾਰ ਕਰਦਾ ਹਾਂ, ਕਿਉਂਕਿ ਐਸੇ ਸੱਚੇ ਸਤਿਗੁਰੂ ਹਨ ਜਿਹੜੇ ਵਿਘਨਾਂ ਨੂੰ ਨਾਸ਼ ਕਰਨ ਵਾਲੇ ਹਨ। ਜੀਵਨ ਅੰਦਰ ਜਿੰਨੇ ਮਰਜ਼ੀ ਵੱਡੇ ਤੋਂ ਵੱਡੇ ਵਿਘਨ ਆ ਜਾਣ, ਦੁੱਖ ਆ ਜਾਵਣ, ਗੁਰੂ ਅਰਜਨ ਦੇਵ ਮਹਾਰਾਜ ਜੀ ਸਮਰੱਥ ਹਨ ਕਿ ਸਾਰਿਆਂ ਦੁੱਖਾਂ ਤਕਲੀਫਾਂ ਨੂੰ ਨਾਸ਼ ਪਲ ਦੇ ਵਿੱਚ ਕਰ ਸਕਦੇ ਨੇ। ਇੱਥੋਂ ਤੱਕ ਪਿਛਲੀ ਕਥਾ ਵਿਚਾਰ ਆਈ ਸੀ। ਆਓ ਜਿਸ ਪ੍ਰਕਾਰ ਅੱਗੇ ਗੁਰ ਇਤਿਹਾਸ ਆਉਂਦਾ ਹੈ, ਮਨ ਚਿੱਤ ਬਿਰਤੀਆਂ ਇਕਾਗਰ ਕਰੀਏ, ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਅਗਲੀ ਕਥਾ ਦੀ ਆਰੰਭਤਾ ਕਰੀਏ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਆਗੇ 10 ਪਾਤਸ਼ਾਹ ਕੇ ਸਿੱਖ ਸੰਗਤ ਗੁਰਦਾਸ
ਨਮਸਕਾਰ ਮੇਰੀ ਸਭਨਾ ਸੁਨਹ ਇਹੀ ਅਰਦਾਸ। ਆਗੇ 10 ਪਾਤਸ਼ਾਹ ਕੇ ਸਿੱਖ ਸੰਗਤ ਗੁਰਦਾਸ। ਕਵੀ ਸੰਤੋਖ ਸਿੰਘ ਜੀ ਅਗਲੀ ਕਥਾ ਦੀ ਆਰੰਭਤਾ ਕਰਦੇ ਸਮੇਂ ਦੋਹਰਾ ਲਿਖ ਕਰਕੇ ਮੰਗਲ ਕਰਦੇ ਨੇ। ਸੱਚੇ ਪਾਤਸ਼ਾਹ ਜੋ 10 ਪਾਤਸ਼ਾਹੀਆਂ ਦੇ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ, ਉਹਨਾਂ ਅੱਗੇ ਅਰਦਾਸ ਕਰਦੇ ਨੇ। ਆਗੇ 10 ਪਾਤਸ਼ਾਹ ਕੇ ਸਿੱਖ ਸੰਗਤ ਗੁਰਦਾਸ ਕਿ ਜੋ ਸੱਚੇ ਸਤਿਗੁਰੂ 10 ਪਾਤਸ਼ਾਹੀਆਂ ਦੀ ਜੋਤ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ ਅਤੇ ਜੋ ਗੁਰੂ ਕੀ ਸਿੱਖ ਸੰਗਤ ਹੈ। ਨਮਸਕਾਰ ਮੇਰੀ ਸਭਨ ਗੁਰੂ ਗ੍ਰੰਥ ਸਾਹਿਬ ਜੀਆਂ ਨੂੰ ਔਰ ਗੁਰੂ ਕੀਆਂ ਸੰਗਤਾਂ ਨੂੰ ਕਵੀ ਜੀ ਕਹਿੰਦੇ ਮੇਰੀ ਨਮਸਕਾਰ ਹੈ, ਵੰਦਨਾ ਹੈ। ਸੁਨਹ ਇਹੀ ਅਰਦਾਸ। ਐ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਮੇਰੀ ਇਹੀ ਅਰਦਾਸ ਹੈ, ਸੁਣਨਾ ਕਰੋ। ਸਤਿਗੁਰ ਚਰਨ ਸਰੋਜ ਕੋ ਮਾਨਸ ਮਾਨਸ ਹੋਏ ਕਿ ਸੱਚੇ ਸਤਿਗੁਰੂ ਜੀ ਜੋ ਆਪ ਜੀਆਂ ਦੇ ਚਰਨ ਹਨ ਉਹ ਕਮਲ ਦੀਆਂ ਫੁੱਲਾਂ ਵਾਂਗ ਨੇ। ਆਪ ਜੀਆਂ ਦੀ ਸਤ ਸੰਗਤ ਮਹਾਰਾਜ ਇੱਕ ਸਰੋਵਰ ਵਰਗੀ ਹੈ, ਸਮੁੰਦਰ ਵਰਗੀ ਹੈ। ਜਿਵੇਂ ਸਮੁੰਦਰ ਦੇ ਵਿੱਚ ਕਮਲ ਦਾ ਫੁੱਲ ਸ਼ੋਭਾ ਪਾਉਂਦਾ ਹੈ, ਇਸੇ ਪ੍ਰਕਾਰ ਮਹਾਰਾਜ ਸਤ ਸੰਗਤ ਦੇ ਵਿੱਚ ਆਪ ਜੀਆਂ ਦੇ ਜੋ ਚਰਨ ਕਮਲ ਹਨ ਉਹ ਬੜੇ ਸੋਹਣੇ ਲੱਗਦੇ, ਬਹੁਤੀ ਸ਼ੋਭਾ ਪਾਉਂਦੇ। ਮਾਨਸ ਜਨਮ ਸਕਾਰਥਾ ਮਾਨਸ ਕਰਹਿ ਸੋਏ। ਤੇ ਜਿਸ ਮਨੁੱਖ ਨੇ ਆਪ ਜੀਆਂ ਦੀ ਸਤ ਸੰਗਤ ਦੇ ਵਿੱਚ ਆ ਕੇ ਆਪ ਜੀਆਂ ਦੇ ਚਰਨ ਪਰਸ ਲਏ, ਸਤ ਸੰਗਤ ਕਰ ਲਈ, ਮਾਨਸ ਜਨਮ ਸਕਾਰਥਾ, ਉਸ ਮਨੁੱਖ ਦਾ ਜਿਹੜਾ ਮਨੁੱਖਾ ਜੀਵਨ ਹੈ ਉਹ ਸਫਲਾ ਹੋ ਜਾਂਦਾ ਹੈ। ਤੇ ਮਾਨਸ ਕਰਹਿ ਸੋਏ, ਉਹੀ ਜਿਹੜਾ ਮਨੁੱਖ ਹੈ ਭਵਜਲ ਸੰਸਾਰ ਤੋਂ ਤਰਦਾ ਹੈ। ਕਵੀ ਜੀ ਬੇਨਤੀ ਕਰ ਰਹੇ ਨੇ, ਮਹਾਰਾਜ ਆਪ ਜੀਆਂ ਦੇ ਚਰਨ ਕਮਲ ਐਸੇ ਮਹਾਨ ਹਨ, ਆਪ ਜੀਆਂ ਦੀ ਸਤ ਸੰਗਤ ਐਸੀ ਵੱਡੀ ਹੈ। ਜਿਸ ਵੀ ਮਨੁੱਖ ਨੇ ਆਪ ਜੀਆਂ ਦੀ ਸਤ ਸੰਗਤ ਦੇ ਵਿੱਚ ਆ ਕਰਕੇ ਸਤ ਸੰਗਤ ਕਰ ਲਈ, ਆਪ ਜੀਆਂ ਦੇ ਚਰਨ ਪਰਸ ਲਏ, ਨਮਸਕਾਰਾਂ ਕਰ ਲਈਆਂ, ਉਸ ਦਾ ਮਨੁੱਖਾ ਜੀਵਨ ਸਫਲਾ ਹੋ ਜਾਂਦਾ ਹੈ। ਔਰ ਮਹਾਰਾਜ ਉਹ ਭਵਜਲ ਸੰਸਾਰ ਤੋਂ ਤਰ ਜਾਂਦਾ ਹੈ। ਚਾਪਈ ਸਭ ਸੰਤਨ ਕੋ ਕਰ ਕਰ ਬੰਦਨ। ਕਵੀ ਜੀ ਕਹਿੰਦੇ ਅਸਲੀ ਮੈਂ ਸਾਰੀਆਂ ਸੰਗਤਾਂ ਨੂੰ ਬਾਰ-ਬਾਰ ਬੰਦਨਾ ਨਮਸਕਾਰ ਕਰਦਾ ਹਾਂ। ਸਤਿਗੁਰੂ ਜੀ ਪਹਿਲੇ ਤੇ ਆਪ ਵੱਡੇ ਹੋਣ, ਫਿਰ ਦੂਸਰੇ ਨੰਬਰ ਤੇ ਆਪ ਜੀਆਂ ਦੀ ਜੋ ਸੰਗਤ ਹੈ ਨਾ ਉਹ ਬੜੀ ਮਹਾਨ ਹੈ, ਬੜੀ ਵੱਡੀ ਹੈ। ਕਹੂੰ ਕਥਾ ਸਭ ਵਿਘਨ ਨਿਕੰਦਨ। ਔਰ ਉਹਨਾਂ ਸੰਗਤਾਂ ਨੂੰ ਮੈਂ ਆਪ ਜੀਆਂ ਦੀ ਜੋ ਪਵਿੱਤਰ ਕਥਾ ਹੈ, ਜੋ ਵਿਘਨਾਂ ਨੂੰ ਨਾਸ਼ ਕਰਨ ਵਾਲੀ ਹੈ, ਦੁੱਖਾਂ ਰੋਗਾਂ ਸੋਗਾਂ ਦਾ ਨਾਸ਼ ਕਰਨ ਵਾਲੀ ਹੈ, ਮਹਾਰਾਜ ਉਹ ਕਥਾ ਪੜ੍ਹ ਸੁਣਾਉਂਦਾ ਹਾਂ। 3 ਰਸ ਮੈਂ ਪੂਰਨ ਕਰੀ, 3 ਰਾਸਾਂ ਹੁਣ ਤੱਕ ਪੂਰਨ ਸਮਾਪਤ ਹੋ ਚੁੱਕੀਆਂ ਨੇ। ਕਥਾ ਗੁਰਨ ਕੀ ਸੁੰਦਰ ਧਰੀ। ਔਰ ਜੋ ਚੌਥੀ ਰਾਸ ਹੈ ਉਸ ਦੀ ਆਰੰਭਤਾ ਕਰਦਾ ਹਾਂ, ਜਿਸ ਦੇ ਵਿੱਚ ਵੀ ਗੁਰੂ ਸਾਹਿਬਾਨਾਂ ਦੀ ਜੋ ਕਥਾ ਹੈ ਬੜੀ ਸੁੰਦਰ ਆਵੇਗੀ, ਬੜੀ ਸੋਹਣੀ ਆਵੇਗੀ। ਮਹਾਰਾਜ ਆਪ ਜੀਆਂ ਦੇ ਚਰਨਾਂ ਪਾਸ ਬੇਨਤੀ ਹੈ ਕਿ ਕਿਸੇ ਵੀ ਪ੍ਰਕਾਰ ਦਾ ਕੋਈ ਸਰਕਾਰੀ ਦੁਨਿਆਵੀ ਕੁਦਰਤੀ ਵਿਘਨ ਨਾ ਪੈਣ ਦੇਣਾ। ਸੰਗਤਾਂ ਵਿੱਚ ਪਿਆਰ ਵਿਸ਼ਵਾਸ ਇਤਫਾਕ ਦੀਆਂ ਦਾਤਾਂ ਬਖਸ਼ਣੀਆਂ, ਸ਼ਰਧਾ ਭਾਵਨਾ ਦੀਆਂ ਦਾਤਾਂ ਬਖਸ਼ਣੀਆਂ, ਜੋ ਸਮੇਂ ਸਿਰ ਆਪ ਜੀਆਂ ਦੇ ਚਰਨ ਪਰਸਦੀਆਂ ਰਹਿਣ, ਸਤ ਸੰਗਤ ਕਰਦੀਆਂ ਰਹਿਣ। ਸ੍ਰੀ ਸਤਿਗੁਰਾਂ ਦੀ ਕਥਾ ਦਾ ਆਰੰਭਤਾ ਪੁੱਛਿਓ ਸਭ ਸਿੱਖਨ ਹਿਤ ਕਰਕੇ, ਕਥਾ ਗੁਰਨ ਕੀ ਕਹੋ ਵਿਚਰਕੈ। ਫਿਰ ਸੰਗਤ ਜੀ ਇੱਥੋਂ ਅਗਲੀ ਕਥਾ ਆਰੰਭ ਹੁੰਦੀ ਹੈ। ਜੋ ਧੰਨ ਬਾਬਾ ਬੁੱਢਾ ਸਾਹਿਬ ਜੀ ਸਨ, ਉਹਨਾਂ ਦੀ ਅੰਸ਼ ਵੰਸ਼ ਦੇ ਵਿੱਚੋਂ ਅੱਗੇ
ਛੇਵੇਂ ਸੱਤਵੇਂ ਥਾਂ ਦੇ ਉੱਪਰ ਭਾਈ ਰਾਮ ਕੋਇਰ ਜੀ ਹੋਏ, ਜੋ ਦਮਦਮਾ ਸਾਹਿਬ ਵਿਖੇ ਅੰਮ੍ਰਿਤ ਛਕ ਕੇ ਗੁਰਬਖਸ਼ ਸਿੰਘ ਜਿਨ੍ਹਾਂ ਦਾ ਨਾਮ ਪਿਆ ਸੀ। ਪਰ ਜੋ ਪੰਥ ਦੇ ਵਿੱਚ ਉਹਨਾਂ ਦਾ ਪ੍ਰਚਲਿਤ ਨਾਮ ਹੈ ਉਹ ਭਾਈ ਰਾਮ ਕੋਇਰ ਹੀ ਹੈ। ਭਾਈ ਰਾਮ ਕੋਇਰ ਪੁੱਛਿਓ ਸਭ ਸਿੱਖਨ ਹਿਤ ਕਰ ਕੈ, ਕਥਾ ਗੁਰਨ ਕੀ ਕਹੋ ਵਿਚਰ। ਇਸ ਪ੍ਰਕਾਰ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਂਦੇੜ ਮਹਾਰਾਸ਼ਟਰ ਸ੍ਰੀ ਹਜ਼ੂਰ ਸਾਹਿਬ ਵਿਖੇ ਸੱਚਖੰਡ ਪਿਆਨਾ ਕਰ ਗਏ ਸਨ, ਉਸ ਵੇਲੇ ਗੁਰੂ ਕੇ ਖਾਲਸੇ ਨੇ ਗੁਰਮਤਾ ਕੀਤਾ ਸੀ, ਸਲਾਹ ਕੀਤੀ ਸੀ ਕਿ ਗੁਰੂ ਸਾਹਿਬਾਨਾਂ ਦੀ ਜੋ ਮਹਾਨ ਕਥਾ ਹੈ ਇਹ ਆਪਾਂ ਸਾਰੀ ਸੁਣਨੀ ਹੈ। ਪੰਜਾਬ ਦੀ ਧਰਤੀ ਦੇ ਉੱਪਰ ਇੱਕ ਵੱਡਾ ਜੱਥਾ ਗੁਰੂ ਕੇ ਖਾਲਸੇ ਦਾ ਆਇਆ ਰਮਦਾਸ ਨਗਰ ਵਿੱਚ ਸੰਗਤ ਜੀ, ਜੋ ਧੰਨ ਬਾਬਾ ਬੁੱਢਾ ਸਾਹਿਬ ਜੀਆਂ ਦਾ ਇੱਦਾਂ ਪ੍ਰਕਾਸ਼ ਅਸਥਾਨ ਹੈ, ਉੱਥੇ ਭਾਈ ਰਾਮ ਕੋਇਰ ਜੀ ਵਸਦੇ ਸਨ। ਭਾਈ ਰਾਮ ਕੋਇਰ ਜੀ ਨੂੰ ਆ ਕਰਕੇ ਹਜ਼ੂਰ ਸਾਹਿਬ ਦੀਆਂ ਸੰਗਤਾਂ ਨੇ ਬੇਨਤੀ ਕੀਤੀ ਸੀ ਕਿ ਸਾਨੂੰ ਸੱਚੇ ਸਤਿਗੁਰਾਂ ਦੀ ਜੋ ਪਵਿੱਤਰ ਕਥਾ ਹੈ ਉਹ ਸਾਰੀ ਸੁਣਾਉਣਾ ਕਰੋ। ਤੇ ਫਿਰ ਭਾਈ ਰਾਮ ਕੋਇਰ ਜੀ ਹੁਣਾਂ ਨੇ ਇਹ ਸਾਰੀ ਕਥਾ ਉਹਨਾਂ ਸੰਗਤਾਂ ਨੂੰ ਸੁਣਾਈ ਸੀ। ਪੁੱਛਿਓ ਸਭ ਸਿੱਖਨ ਹਿਤ ਕਰਕੇ। ਗੁਰੂ ਕੇ ਖਾਲਸੇ ਨੇ ਬੜੇ ਪ੍ਰੇਮ ਦੇ ਨਾਲ ਭਾਈ ਰਾਮ ਕੋਇਰ ਨੂੰ ਪੁੱਛਿਆ ਹੈ, ਕਥਾ ਗੁਰਨ ਕੀ ਕਹੋ ਵਿਚਰ ਕੈ, ਕਿ ਜੋ ਅਗਲੀ ਕਥਾ ਹੈ ਗੁਰੂ ਸਾਹਿਬਾਨਾਂ ਦੀ, ਕਿਵੇਂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਸ਼ਹੀਦੀ ਹੁੰਦੀ ਹੈ, ਕਿਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦਾ ਆਨੰਦ ਕਾਰਜ ਹੋਵੇਗਾ, ਕਿਵੇਂ ਮੀਰੀ ਪੀਰੀ ਪਹਿਨਣਗੇ, ਕਿਵੇਂ ਅਕਾਲ ਤਖਤ ਸਾਹਿਬ ਰਚਣਗੇ, ਕਿਵੇਂ ਜੰਗ ਜੁੱਧ ਕਰਨਗੇ। ਭਾਈ ਰਾਮ ਕੋਇਰ ਜੀ ਸਾਨੂੰ ਅਗਲੀ ਕਥਾ ਵੀ ਤੁਸੀਂ ਗੁਰੂ ਸਾਹਿਬਾਨਾਂ ਦੀ ਵਿਚਾਰ ਕੇ ਸੁਣਾਉਣਾ ਕਰੋ। ਰਾਮ ਕੋਇਰ ਸੋ ਸਕਲ ਉਚਾਰੀ। ਹਜ਼ੂਰ ਸਾਹਿਬ ਦੀਆਂ ਸੰਗਤਾਂ ਨੇ ਆਪਣੀਆਂ ਬੇਨਤੀਆਂ ਭਾਈ ਰਾਮ ਕੋਇਰ ਅੱਗੇ ਕੀਤੀਆਂ। ਸੁੰਦਰ ਵਿੱਚ ਜਿਦ ਬਹੁ ਵਿਸਤਾਰੀ, ਕਿ ਹੁਣ ਤੱਕ ਜਿਹੜੀ ਤੁਸੀਂ ਕਥਾ ਸੁਣਾਈ ਹੈ, ਲਿਖੀ ਹੈ, ਕਹੀ ਹੈ, ਉਹ ਕਥਾ ਬਹੁਤ ਹੀ ਸੁੰਦਰ ਹੈ। ਦਿਲ ਕਰਦਾ ਹੈ ਕਿ ਬਾਰ-ਬਾਰ ਸੁਣੀ ਜਾਏ। ਇਸ ਲਈ ਭਾਈ ਰਾਮ ਕੋਇਰ ਜੀ ਜੋ ਅਗਲੀ ਕਥਾ ਹੈ ਉਹ ਵੀ ਸੁਣਾਉਣਾ ਕਰੋ। ਤਿਸ ਪ੍ਰਸੰਗ ਤੇ ਸਿੱਖਣ ਕਥਾ। ਹੁਣ ਤੱਕ ਜੋ ਗੁਰਸਿੱਖਾਂ ਦੀ, ਗੁਰੂ ਸਾਹਿਬਾਨਾਂ ਦੀ ਕਥਾ ਤੁਸੀਂ ਸੁਣਾਈ ਹੈ, ਜਥਾ ਹੋਤੀ ਗਨ ਭਰਨੀ ਤਥਾ, ਜਿਵੇਂ ਜਿਵੇਂ ਗੁਰੂ ਸਾਹਿਬਾਨਾਂ ਦੇ ਜੀਵਨ ਅੰਦਰ ਦੁੱਖ ਸੁੱਖ ਆਏ, ਘਟਨਾਵਾਂ ਘਟੀਆਂ, ਤੁਸੀਂ ਸਾਰੀਆਂ ਹੀ ਬੜੇ ਪ੍ਰੇਮ ਨਾਲ ਸੁਣਾਈਆਂ ਨੇ। ਸਭ ਸਿੰਘਨ ਕੋ ਅਦਕ ਰਿਝਾਵਾ। ਤੇ ਜੋ ਵੀ ਸਿੱਖ ਸੰਗਤਾਂ ਆਪ ਜੀ ਦੁਆਰਾ ਸੁਣਾਈ ਕਥਾ ਸੁਣਦੀਆਂ ਨੇ, ਉਹਨਾਂ ਦਾ ਮਨ ਗੁਰੂ ਸਾਹਿਬਾਨਾਂ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਹੈ, ਗੁਰੂ ਦੇ ਨਾਲ ਪ੍ਰੇਮ ਵੱਧ ਜਾਂਦਾ ਹੈ। ਪੁਰ ਸੰਭੂ ਹੁਣ ਚਾਪ ਵਧਾਵਾ, ਤੇ ਸੇਵਾ ਦਾ ਸਿਮਰਨ ਦਾ ਉਹਨਾਂ ਦੇ ਹਿਰਦੇ ਅੰਦਰ ਚਾਅ ਵੱਧ ਜਾਂਦਾ ਹੈ। ਕਥਾ ਸੁਣਨ ਪਰ ਮਨ ਵਿੱਚ ਜਾਗੀ। ਇਸ ਪ੍ਰਕਾਰ ਕਥਾ ਸੁਣਦਿਆਂ ਸੁਣਦਿਆਂ ਮਨ ਦੇ ਵਿੱਚ ਗੁਰੂ ਪ੍ਰਤੀ ਪ੍ਰੇਮ ਜਾਗਿਆ। ਆਪਣੇ ਗੁਰੂ ਤੇ ਮਾਣ ਹੋਣ ਲੱਗਾ ਹੈ ਕਿ ਸਾਡਾ ਗੁਰੂ ਇੰਨਾ ਬਲੀ ਹੈ, ਐਡਾ ਮਹਾਨ ਹੈ, ਜੋ ਸਾਰੀਆਂ ਦਾਤਾਂ ਬਖਸ਼ਣ ਯੋਗ ਹੈ। ਗੁਰਪਗ ਪੰਕਜ ਕੇ ਅਨੁਰਾਗੀ, ਤੇ ਗੁਰੂ ਕੇ ਚਰਨਾਂ ਕਮਲਾਂ ਦੇ ਨਾਲ ਦਿਨੋਂ ਦਿਨ ਪ੍ਰੇਮ ਵੱਧ ਰਿਹਾ ਹੈ। ਜਿਵੇਂ ਜਿਵੇਂ ਭਾਈ ਰਾਮ ਕੋਇਰ ਜੀ ਆਪ ਜੀ ਕਥਾ ਸੁਣਾ ਰਹੇ ਹਨ, ਕਥਾ ਸੁਣ ਸੁਣ ਕੇ, ਗੁਰੂ ਕੀਆਂ ਸਾਖੀਆਂ, ਗੁਰੂ ਦਾ ਇਤਿਹਾਸ ਸੁਣ ਸੁਣ ਕੇ ਗੁਰੂ ਦੇ ਚਰਨਾਂ ਦੇ ਨਾਲ ਪ੍ਰੇਮ ਵੱਧ ਰਿਹਾ ਹੈ। ਸਬਨ ਸੋ ਜਸ ਸੋ ਵਰਣਨ ਕੀਨਾ। ਇਸ ਪ੍ਰਕਾਰ ਸੰਗਤ ਜੀ ਹਜ਼ੂਰ ਸਾਹਿਬ ਦੀਆਂ ਸੰਗਤਾਂ ਨੇ ਭਾਈ ਰਾਮ ਕੋਇਰ ਦੇ ਕੋਲ ਬੈਠ ਕਰਕੇ ਬੜਾ ਜਸ ਕੀਤਾ, ਬੜੀ ਵਡਿਆਈ ਕੀਤੀ ਕਿ ਭਾਈ ਰਾਮ ਕੋਇਰ ਜੀ ਆਪ ਜੀ ਦੇ ਮੁਖੋਂ ਜਿਹੜੀ ਸੁਣਾਈ ਗਈ ਕਥਾ ਹੈ, ਜਿਵੇਂ ਚੰਦਰਮੇ ਵਿੱਚੋਂ ਚਾਂਦਨੀ ਨਿਕਲਦੀ ਹੈ ਤੇ ਰੋਸ਼ਨੀ ਹੋ ਜਾਂਦੀ ਹੈ, ਸੂਰਜ ਵਿੱਚੋਂ ਸੂਰਜ ਦੀਆਂ ਕਿਰਨਾਂ ਨਿਕਲਦੀਆਂ ਨੇ, ਚਾਨਣ ਹੋ ਜਾਂਦਾ ਹੈ, ਇੱਦਾਂ ਹੀ ਆਪ ਜੀਆਂ ਦੇ ਮੁਖ ਤੋਂ ਨਿਕਲੀ ਗੁਰੂ ਸਾਹਿਬਾਨਾਂ ਦੀ ਕਥਾ ਅਗਿਆਨ ਦੇ ਹਨੇਰੇ ਨੂੰ ਦੂਰ ਕਰਦੀ ਹੈ ਔਰ ਗਿਆਨ ਕਾ ਚਾਨਣ ਕਰਦੀ ਹੈ। ਰਾਮ ਕੋਇਰ ਸਰਬੱਗ ਪ੍ਰਬੀਨਾ,
ਇਸ ਲਈ ਸੰਗਤ ਜੀ, ਜੋ ਭਾਈ ਰਾਮ ਕੌਰ ਜੀ ਸਨ, ਧੰਨ ਬਾਬਾ ਬੁੱਢਾ ਸਾਹਿਬ ਜੀਆਂ ਦੇ ਪਰਿਵਾਰ ਚੋਂ ਸਨ। ਬੜੇ ਸਿਆਣੇ ਪੁਰਸ਼, ਬੜੀ ਭਗਤੀ ਵਾਲੇ ਸਨ। ਗੁਰੂ ਸਾਹਿਬਾਨਾਂ ਤੇ ਬੜਾ ਭਰੋਸਾ ਰੱਖਦੇ ਸਨ। ਭੂਤ ਭਵਿੱਖ ਕੇਰ ਬਿਰਤਾਂਤ, ਬੀਤੇ ਹੋਏ ਸਮੇਂ ਦਾ, ਚੱਲ ਰਹੇ ਸਮੇਂ ਦਾ ਅਤੇ ਆਉਣ ਵਾਲੇ ਸਮੇਂ ਦਾ। ਭਾਈ ਰਾਮ ਕੌਰ ਜੀ ਹੁਣਾਂ ਨੂੰ ਬੜਾ ਹੀ ਗਿਆਨ ਸੀ। ਹਸਤਾ ਮਲ ਸਮਝਿਸ ਉਰ ਗਿਆਤ, ਇਹਦਾ ਜਾਣ ਲਵੋ ਜਿਵੇਂ ਹੱਥ ਦੀ ਤਲੀ ਤੇ ਔਲਾ ਰੱਖਿਆ ਸਾਰਿਆਂ ਨੂੰ ਦਿਖਾਈ ਦਿੰਦਾ ਹੈ, ਸਾਹਮਣੇ ਨਜ਼ਰ ਆਉਂਦਾ ਹੈ। ਏਦਾਂ ਭਾਈ ਰਾਮ ਕੌਰ ਦੇ ਜੀਵਨ ਅੰਦਰ ਸੰਗਤ ਜੀ ਜੋ ਸ਼ਕਤੀ ਹੈ, ਭਗਤੀ ਹੈ, ਗੁਰੂ ਸਾਹਿਬਾਨਾਂ ਤੇ ਸ਼ਰਧਾ ਭਾਵਨਾ ਹੈ, ਉਹ ਭਾਈ ਰਾਮ ਕੌਰ ਦੇ ਜੀਵਨ ਵਿੱਚੋਂ ਝਲਕਦੀ ਸੀ, ਸਾਹਮਣੇ ਨਜ਼ਰ ਆਉਂਦੀ ਸੀ। ਕਥਾ ਸੁਣਾਏ ਆਨੰਦ ਬਿਲੰਦੇ, ਤੇ ਭਾਈ ਰਾਮ ਕੌਰ ਜੀ ਜਦੋਂ ਗੁਰੂ ਸਾਹਿਬਾਨਾਂ ਦੀ ਕਥਾ ਸੁਣਾਉਂਦੇ ਸਨ ਤੇ ਬੜਾ ਹੀ ਆਨੰਦ ਬੰਨ੍ਹਦੇ ਸਨ। ਬਿਰਧ ਕੋ ਬੰਸ ਉਦਤ ਤੁਮ ਚੰਦੇ, ਸੰਗਤਾਂ ਕਹਿਣ ਲੱਗੀਆਂ ਕਿ ਭਾਈ ਰਾਮ ਕੌਰ ਜੀ ਆਪ ਜੀ ਤੇ ਧੰਨ ਬਾਬਾ ਬੁੱਢਾ ਸਾਹਿਬ ਜੀਆਂ ਦੀ ਅੰਸ਼ ਬੰਸ਼ ਦੇ ਚੰਦਰਮਾ ਹੈ। ਜਿਵੇਂ ਚੰਦਰਮਾ ਚਾਂਦਨੀ ਬਖੇਰਦਾ ਹੈ, ਰਾਤਾਂ ਚਾਨਣੀਆਂ ਹੋ ਜਾਂਦੀਆਂ ਨੇ, ਰਾਤਾਂ ਠੰਡੀਆਂ ਹੋ ਜਾਂਦੀਆਂ ਨੇ। ਇਸ ਲਈ ਗੁਰੂ ਸਾਹਿਬਾਨਾਂ ਦੀ ਕਥਾ ਆਪ ਜੀਆਂ ਦੇ ਮੁਖ ਤੋਂ ਸੁਣ ਕੇ ਤਪਦੇ ਹਿਰਦੇ ਠੰਡੇ ਹੁੰਦੇ ਨੇ। ਅਗਿਆਨ ਦੇ ਹਨੇਰੇ ਵਿੱਚ ਫਸੇ ਹੋਏ ਲੋਕਾਂ ਨੂੰ ਗਿਆਨ ਦਾ ਚਾਨਣ ਹੁੰਦਾ ਹੈ। ਜਾਤ ਅਖੇਰ ਨਿਤਾ ਪ੍ਰਤ ਬਾਹਰ। ਫਿਰ ਭਾਈ ਰਾਮ ਕੌਰ ਜੀ ਸੰਗਤ ਜੀ ਹਰ ਰੋਜ਼ ਸ਼ਿਕਾਰ ਖੇਡਣ ਜਾਇਆ ਕਰਦੇ ਸਨ। ਹਰ ਰੋਜ਼ ਸਵੇਰੇ ਇਸ਼ਨਾਨ ਪਾਣ ਕਰਨਾ, ਨਿਤਨੇਮ ਕਰਨਾ। ਉਪਰੰਤ ਕੁਝ ਛਕਣ ਛਕਾਉਣ ਤੋਂ ਪਹਿਲਾਂ ਘੋੜੇ ਤੇ ਸਵਾਰ ਹੋ ਕੇ ਸ਼ਸਤਰ ਬਸਤਰ ਪਹਿਨ ਕੇ ਜੰਗਲਾਂ ਦੇ ਵਿੱਚ ਜਾਇਆ ਕਰਦੇ ਸਨ ਸੰਗਤ ਜੀ ਸ਼ਿਕਾਰ ਖੇਡਣ। ਦਰਸੋ ਨਿਤ ਕਲਗੀ ਧਰ ਜਾਹਰ। ਕਿਉਂ ਜਾਇਆ ਕਰਦੇ ਸਨ? ਇੱਕ ਤੇ ਸ਼ਿਕਾਰ ਖੇਡਣ ਦਾ ਸ਼ੌਂਕ ਸੀ, ਦੂਸਰੇ ਸੰਗਤ ਜੀ ਕਲਗੀਧਰ ਮਹਾਰਾਜ ਦੇ ਹਰ ਰੋਜ਼ ਦਰਸ਼ਨ ਹੋਇਆ ਕਰਦੇ ਸਨ। ਭਾਈ ਰਾਮ ਕੌਰ ਸੱਚੇ ਸਤਿਗੁਰੂ ਜੀ ਹਜ਼ੂਰ ਸਾਹਿਬ ਚਲੇ ਗਏ ਸਨ, ਸੱਚਖੰਡ ਪਿਆਨਾ ਕਰ ਗਏ ਸਨ, ਤਾਂ ਵੀ ਪੰਜਾਬ ਦੀ ਧਰਤੀ ਤੇ ਭਾਈ ਰਾਮ ਕੌਰ ਜੀ ਸ਼ਿਕਾਰ ਖੇਡਦੇ ਤੇ ਹਰ ਰੋਜ਼ 10ਵੇਂ ਪਾਤਸ਼ਾਹ ਦੇ ਬਿਲਕੁਲ ਸਾਹਮਣੇ ਦਰਸ਼ਨ ਕਰਦੇ। ਅਬ ਚਲ ਨਗਰ ਜਾਤ ਗੁਰ ਕਾਹੇ, ਕਿਉਂਕਿ ਸੰਗਤ ਜੀ ਜਦੋਂ ਦਮਦਮਾ ਸਾਹਿਬ ਦੀ ਧਰਤੀ ਦੇ ਉੱਪਰ ਗੁਰੂ ਕਾ ਖਾਲਸਾ ਇਕੱਠਾ ਹੋਇਆ ਹੈ ਤੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਨੇ ਬਚਨ ਕੀਤੇ ਕਿ ਭਾਈ ਹੁਣ ਅਸੀਂ ਮਹਾਰਾਸ਼ਟਰ ਦੀ ਜੋ ਧਰਤੀ ਹੈ ਸ੍ਰੀ ਹਜ਼ੂਰ ਸਾਹਿਬ, ਉਧਰ ਨੂੰ ਚਲੇ ਜਾਣਾ ਹੈ। ਔਰ ਜੋ ਪੰਜਾਬ ਦੀਆਂ ਸੰਗਤਾਂ ਨੇ ਇਹਨਾਂ ਨੇ ਬੜਾ ਬੈਰਾਗ ਕੀਤਾ ਸੀ ਤੇ ਭਾਈ ਰਾਮ ਕੌਰ ਜੀ ਜੋ ਦਮਦਮਾ ਸਾਹਿਬ ਵਿਖੇ ਅੰਮ੍ਰਿਤ ਛਕ ਕੇ ਭਾਈ ਗੁਰਬਖਸ਼ ਸਿੰਘ ਬਣੇ ਸਨ, ਇਹਨਾਂ ਨੇ ਵੀ ਬੇਨਤੀ ਕੀਤੀ, ਮਹਾਰਾਜ ਮੈਂ ਤੇ ਆਪ ਜੀਆਂ ਦੇ ਨਾਲ ਹੀ ਜਾਵਾਂਗਾ, ਕਿਉਂਕਿ ਹਰ ਰੋਜ਼ ਪਹਿਲੇ ਮੈਂ ਆਪ ਜੀਆਂ ਦੇ ਦਰਸ਼ਨ ਕਰਦਾ ਹਾਂ। ਕਈ ਗੁਰਸਿੱਖਾਂ ਦਾ ਸੁਭਾਅ ਹੁੰਦਾ ਹੈ, ਅੱਜ ਵੀ ਸੁਭਾਅ ਹੈ ਸੰਗਤ ਜੀ, ਸਭ ਤੋਂ ਪਹਿਲੇ ਇਸ਼ਨਾਨ ਪਾਨ ਕਰਨਾ, ਨਿਤਨੇਮ ਕਰਨਾ। ਜਿੰਨਾ ਸਮਾਂ ਗੁਰੂ ਸਾਹਿਬਾਨਾਂ ਦੇ ਦਰਸ਼ਨ ਨਹੀਂ ਕਰਦੇ, ਗੁਰੂ ਗ੍ਰੰਥ ਸਾਹਿਬ ਜੀਆਂ ਦੇ ਦਰਸ਼ਨ ਨਹੀਂ ਕਰਦੇ ਤੇ ਸੰਗਤ ਜੀ ਅੰਨ ਦੀ ਬੁਰਕੀ ਨਹੀਂ ਖਾਂਦੇ, ਕੁਝ ਛਕਦੇ ਛਕਾਉਂਦੇ ਨਹੀਂ। ਕੁਝ ਗੁਰਸਿੱਖਾਂ ਦਾ ਐਸਾ ਕਿਰਪਾ ਭਰਿਆ ਸੰਗਤ ਜੀ ਸੁਭਾਅ ਹੁੰਦਾ ਹੈ, ਜੀਵਨ ਅੰਦਰ ਐਸਾ ਅਸੂਲ, ਐਸਾ ਪ੍ਰਣ ਕਰ ਲੈਂਦੇ ਨੇ ਕਿ ਜਿੰਨਾ ਸਮਾਂ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਦਰਸ਼ਨ ਨਹੀਂ ਕਰਦੇ, ਕੁਝ ਛਕਣਾ ਛਕਾਉਣਾ ਨਹੀਂ, ਸੁਭਾਅ ਹੈ। ਇਸੇ ਪ੍ਰਕਾਰ ਭਾਈ ਰਾਮ ਕੌਰ ਜੀਆਂ ਨੇ ਜਦੋਂ ਕੰਨਾਂ ਰਾਹੀਂ ਸੁਣਿਆ ਕਿ ਗੁਰੂ ਕਲਗੀਧਰ ਮਹਾਰਾਜ ਹਜ਼ੂਰ ਸਾਹਿਬ ਜਾ ਰਹੇ ਨੇ ਤੇ ਭਾਈ ਰਾਮ ਕੌਰ ਨੇ ਵੀ ਬੇਨਤੀ ਕੀਤੀ, ਮਹਾਰਾਜ ਮੈਂ ਵੀ ਜਾਵਾਂਗਾ, ਤੁਹਾਡੇ ਨਾਲ ਹੀ ਰਹਿਣਾ ਹੈ। ਪਰ ਰਾਮ ਕੌਰ ਜੀਆਂ ਦੀ ਜੋ ਬਜ਼ੁਰਗ ਮਾਤਾ ਸੀ, ਉਹਨਾਂ ਨੇ ਆ ਕੇ ਗੁਰੂ ਕਲਗੀਧਰ ਮਹਾਰਾਜ ਨੂੰ ਦਮਦਮਾ ਸਾਹਿਬ ਵਿਖੇ ਬੇਨਤੀ ਕੀਤੀ ਸੀ, ਸਾਬੋ ਕੀ ਤਲਵੰਡੀ ਵਿਖੇ, ਕਿ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਮੇਰਾ ਇੱਕੋ ਇੱਕ ਪੁੱਤਰ ਹੈ, ਇਹ ਰਾਮ ਕੌਰ, ਜੇਕਰ ਤੁਸੀਂ ਇਹਨੂੰ ਵੀ ਨਾਲ ਲੈ ਗਏ ਤੇ ਮੇਰੇ ਬੁਢਾਪੇ ਦਾ ਸਹਾਰਾ ਕੌਣ ਬਣੇਗਾ? ਆਪ ਜੀਆਂ ਦੇ ਨਾਲ ਜਾਣ ਲਈ ਤੇ ਗੁਰੂ ਕਾ ਖਾਲਸਾ ਬਹੁਤ ਹੈ,
ਕਿਰਪਾ ਕਰਕੇ ਮੇਰੇ ਪੁੱਤਰ ਨੂੰ ਸਮਝਾਵੋ, ਇਹ ਤੁਹਾਡੀ ਗੱਲ ਸਮਝੇਗਾ। ਇਹਨੂੰ ਆਪਣੇ ਨਾਲ ਨਾ ਲਿਜਾਇਓ। ਜੇਕਰ ਇਹ ਚਲਿਆ ਗਿਆ ਤੇ ਮੇਰਾ ਕੱਲੀ ਦਾ ਜੋ ਵਡੇਪਾ ਹੈ ਉਹ ਰੁਲ ਜਾਵੇਗਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਨੇ ਆਖਿਆ, ਭਾਈ ਰਾਮ ਕੌਰ ਜੀ, ਆਪ ਜੀ ਪੰਜਾਬ ਹੀ ਰਹਿਣਾ ਕਰੋ, ਇੱਥੇ ਰਹਿ ਕਰਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰੋ। ਰਾਮ ਕੌਰ ਜੀ ਹੁਣਾਂ ਨੇ ਬਾਰ-ਬਾਰ ਬੇਨਤੀ ਕੀਤੀ, ਮਹਾਰਾਜ ਮੈਂ ਤੇ ਹਰ ਰੋਜ਼ ਆਪ ਜੀਆਂ ਦੇ ਦਰਸ਼ਨ ਕਰਕੇ ਪ੍ਰਸ਼ਾਦਾ ਛਕਦਾ ਹਾਂ। ਜੇਕਰ ਆਪ ਜੀ ਮੈਨੂੰ ਇੱਥੇ ਛੱਡ ਗਏ ਤੇ ਮਹਾਰਾਜ ਮੈਂ ਆਪ ਜੀਆਂ ਦੇ ਦਰਸ਼ਨ ਕਿਵੇਂ ਕਰਾਂਗਾ। ਫਿਰ ਉਹ ਸਮੇਂ ਗੁਰੂ ਕਲਗੀਧਰ ਮਹਾਰਾਜ ਜੀਆਂ ਨੇ ਐਸੇ ਬਚਨ ਕੀਤੇ ਸਨ, ਅਬਚਲ ਨਗਰ ਜਾਤ ਗੁਰ ਕਹੇ। ਜਦੋਂ ਅਬਚਲ ਨਗਰ ਹਜੂਰ ਸਾਹਿਬ ਜਾਣ ਲੱਗੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਨੇ ਬਚਨ ਕਹੇ, ਸੰਗ ਨ ਤਿਆਗਤ ਜਬ ਚਿਤ ਲਾਹਿਓ। ਗੁਰੂ ਕਲਗੀਧਰ ਮਹਾਰਾਜ ਜੀਆਂ ਨੇ ਜਾਣਿਆ ਕਿ ਭਾਈ ਰਾਮ ਕੌਰ ਸਾਡਾ ਸਾਥ, ਸਾਡਾ ਸੰਗ ਛੱਡਣਾ ਨਹੀਂ ਚਾਹੁੰਦੇ। ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਨੇ ਮਨ ਹੀ ਮਨ ਅੰਦਰ ਜਾਣਿਆ ਕਿ ਭਾਈ ਰਾਮ ਕੌਰ ਜੀ ਸਾਡੇ ਤੋਂ ਵੱਖਰਾ ਨਹੀਂ ਹੋਣਾ ਚਾਹੁੰਦੇ। ਹਮਰੇ ਦਰਸ਼ਨ ਕੋ ਨਿਤ ਚਾਹਤ, ਤੇ ਹਰ ਰੋਜ਼ ਸਾਡੇ ਦਰਸ਼ਨ ਕਰਨਾ ਚਾਹੁੰਦੇ ਨੇ। ਸਾਡੇ ਦਰਸ਼ਨ ਕਰਨ ਤੋਂ ਬਾਅਦ ਹੀ ਕੁਝ ਸ਼ਬਦ ਛਕਾਉਂਦੇ ਨੇ, ਇਸ ਹਿਤ ਚੱਲ ਪਏ ਸਾਥ ਉਮਾਹਤ। ਇਸ ਲਈ ਇਹ ਸਾਡੇ ਨਾਲ ਹਜੂਰ ਸਾਹਿਬ ਜਾਣਾ ਚਾਹੁੰਦੇ ਨੇ ਭਾਈ ਰਾਮ ਕੌਰ। ਜਾਂ ਤੇ ਤੋਰ ਮਨੋਰਥ ਜੋਈ। ਫਿਰ ਗੁਰੂ ਕਲਗੀਧਰ ਮਹਾਰਾਜ ਨੇ ਬਚਨ ਕੀਤੇ ਕਿ ਭਾਈ ਰਾਮ ਕੌਰ ਜੀ, ਜੋ ਆਪ ਜੀਆਂ ਦੇ ਮਨ ਦੀ ਇੱਛਾ ਹੈ ਨਾ, ਉਹ ਅਸੀਂ ਇੱਥੇ ਹੀ ਪੂਰੀ ਕਰਾਂਗੇ। ਆਪ ਜੀ ਆਪਣੀ ਮਾਤਾ ਦੀ ਸੇਵਾ ਕਰੋ, ਰਮਦਾਸ ਨਗਰ ਵਿੱਚ ਜਾ ਕੇ ਬਸਣਾ ਕਰੋ, ਤੇ ਆਪ ਜੀਆਂ ਦੀ ਜੋ ਦਿਲੀ ਇੱਛਾ ਹੈ ਸਾਡੇ ਦਰਸ਼ਨਾਂ ਦੀ, ਉਹ ਅਸੀਂ ਤੁਹਾਡੀ ਇੱਥੇ ਰਹਿੰਦਿਆਂ ਦੀ ਪੂਰੀ ਕਰਾਂਗੇ। ਸਦਨ ਬਸਹਾ ਪੂਰ ਹੈ ਹਮ ਸੋਈ। ਆਪ ਜੀ ਆਪਣੀ ਬਜ਼ੁਰਗ ਮਾਤਾ ਦੇ ਨਾਲ ਘਰ ਵਿੱਚ ਬਸਣਾ ਕਰੋ, ਰਹਿਣਾ ਕਰੋ ਇੱਥੇ। ਜੋ ਤੁਹਾਡੀ ਇੱਛਾ ਹੈ ਉਹ ਜ਼ਰੂਰ ਪੂਰਨ ਹੋਵੇ। ਬਹਿਰ ਅਖੀਰ ਚੜ੍ਹਾ ਤਰ ਤਹ ਦਰਸਾ। ਭਾਈ ਰਾਮ ਕੌਰ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਹਜੂਰ ਸਾਹਿਬ ਚੱਲੇ ਹੋ, ਕੈਸੀਆਂ ਗੱਲਾਂ ਕਰਦੇ ਹੋ, ਤੇ ਭਲਾ ਮੇਰੀ ਮਨ ਦੀ ਇੱਛਾ ਤੇ ਆਪ ਜੀਆਂ ਦੇ ਦਰਸ਼ਨਾਂ ਦੀ ਹੈ। ਮਹਾਰਾਜ ਇਹ ਕਿਵੇਂ ਪੂਰੀ ਹੋਵੇਗੀ। ਤੇ ਗੁਰੂ ਕਲਗੀਧਰ ਮਹਾਰਾਜ ਜੀਆਂ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਭਾਈ ਰਾਮ ਕੌਰ ਨੂੰ ਇਹ ਵਰ ਦਿੱਤਾ ਸੀ। ਮਹਾਰਾਜ ਕਹਿੰਦੇ, ਜਦੋਂ ਅੰਮ੍ਰਿਤ ਵੇਲਾ ਹੋਵੇਗਾ, ਇਸ਼ਨਾਨ ਪਾਨ ਕਰਕੇ ਨਿਤਨੇਮ ਸੰਪੂਰਨ ਹੋ ਜਾਵੇਗਾ। ਵਹਿਰ ਅਖੀਰ ਚੜ੍ਹਾ ਤਹ ਦਰਸ। ਜਦੋਂ ਸ਼ਿਕਾਰ ਨੂੰ ਚੜ੍ਹੋਗੇ ਨਾ, ਤੇ ਸ਼ਿਕਾਰ ਖੇਡਦਿਆਂ ਨੂੰ ਸਾਡੇ ਦਰਸ਼ਨ ਹੋਵਣਗੇ। ਜਥਾ ਸੰਗ ਤੈਸੇ ਇਤ ਪਰਸਹ, ਤੇ ਬਿਲਕੁਲ ਐਸੇ ਦਰਸ਼ਨ ਹੋਵਣਗੇ ਭਾਵੇਂ ਸਾਨੂੰ ਹੱਥ ਲਾਇਓ ਤੇ ਮਹਿਸੂਸ ਹੋਵਾਂਗੇ। ਤੁਹਾਨੂੰ ਸਾਹਮਣੇ ਦਰਸ਼ਨ ਹੋਵਣਗੇ ਭਾਈ ਰਾਮ ਕੌਰ ਜੀ। ਇਸ ਲਈ ਆਪ ਜੀਆਂ ਦੀ ਜੋ ਮਨੋ ਕਾਮਨਾ ਹੈ ਅਸੀਂ ਇੱਥੇ ਰਹਿੰਦਿਆਂ ਜੀ ਪੂਰੀ ਕਰਾਂਗੇ। ਜਾਂ ਤੇ ਤੁਮ ਆਖੀਰ ਚੜ੍ਹਾ, ਜਾਂ ਤੇ ਤੁਮ ਕੋ ਦਰਸ਼ਨ ਦੇ। ਇਸ ਲਈ ਗੁਰੂ ਕੀਆਂ ਸੰਗਤਾਂ ਨੇ ਭਾਈ ਰਾਮ ਕੌਰ ਜੀ ਹੁਣਾਂ ਨੂੰ ਬੇਨਤੀ ਕੀਤੀ, ਭਾਈ ਰਾਮ ਕੌਰ ਜੀ ਆਪ ਜੀਆਂ ਦੇ ਬੜੇ ਵੱਡੇ ਭਾਗ ਨੇ, ਕਿਉਂਕਿ ਆਪ ਜੀ ਤੇ ਸੱਚੇ ਸਤਿਗੁਰਾਂ ਦੇ ਜਾਣ ਤੋਂ ਬਾਅਦ ਵੀ ਉਹਨਾਂ ਦੇ ਹਰ ਰੋਜ਼ ਦਰਸ਼ਨ ਕਰਦੇ ਹਨ। ਜਦੋਂ ਅੰਮ੍ਰਿਤ ਵੇਲੇ ਸ਼ਿਕਾਰ ਨੂੰ ਜਾਂਦੇ ਹੋ, ਜੰਗਲਾਂ ਵਿੱਚ ਜਾਂਦੇ ਹੋ, ਆਪ ਸ਼ਿਕਾਰ ਖੇਡਦੇ ਹੋ, ਤੇ ਨਾਲ ਦੀ ਨਾਲ ਗੁਰੂ ਕਲਗੀਧਰ ਮਹਾਰਾਜ ਵੀ ਜੰਗਲਾਂ ਦੇ ਵਿੱਚ ਸ਼ਿਕਾਰ ਖੇਡਦੇ ਤੁਹਾਨੂੰ ਦਰਸ਼ਨ ਦਿੰਦੇ। ਸ੍ਰੀ ਗੋਬਿੰਦ ਸਿੰਘ ਗਿਆਨ ਨਿਕੇਤ, ਜੋ ਸ਼੍ਰੋਮਣੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ, ਉਹ ਤੇ ਗਿਆਨ ਦੇ ਸਮੁੰਦਰ ਹਨ, ਗਿਆਨ ਦੇ ਘਰ ਹਨ। ਸਿੰਘ ਤੁਮਾਰੋ ਦਰਸ਼ਨ ਕਰਹਿ। ਇਸ ਲਈ ਮਹਾਰਾਜ ਦੇ ਗੁਰੂ ਕੇ ਸਿੱਖ ਕਹਿਣ ਲੱਗੇ, ਭਾਈ ਰਾਮ ਕੌਰ ਜੀ ਆਪ ਜੀ ਹਰ ਰੋਜ਼ ਗੁਰੂ ਕਲਗੀਧਰ ਮਹਾਰਾਜ ਦੇ ਦਰਸ਼ਨ ਕਰਦੇ ਹਾਂ, ਤੇ ਅਸੀਂ ਹਰ ਰੋਜ਼ ਤੁਹਾਡੇ ਦਰਸ਼ਨ ਕਰਦੇ ਹਾਂ। ਜਾਂ ਤੇ ਤੁਮ ਕੋ ਦਰਸ਼ਨ ਦੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਰ ਰੋਜ਼ ਤੁਹਾਨੂੰ ਦਰਸ਼ਨ ਦਿੰਦੇ ਨੇ, ਤੇ ਇਸ ਲਈ ਸਿੰਘ ਤੁਮਾਰੇ ਦਰਸ਼ਨ ਕਰੇ, ਤੇ ਅਸੀਂ ਤੁਹਾਡੇ ਦਰਸ਼ਨ ਕਰਦੇ ਹਾਂ। ਗੁਰੂ ਕਲਗੀਧਰ ਮਹਾਰਾਜ ਜੀਆਂ ਨੇ ਬਚਨ ਕਹੇ ਸਨ, ਭਾਈ ਰਾਮ ਕੌਰ ਜੀ ਆਪ ਜੀ ਸਾਡੇ ਦਰਸ਼ਨ ਕਰੋਗੇ
ਗੁਰੂ ਕੇ ਸੰਗ ਤੁਹਾਡੇ ਦਰਸ਼ਨ ਕਰਨਗੇ, ਜਨਮ ਸਕਾਰਤ ਕੇ ਅਨੁਸਾਰ ਹੀ, ਤੇ ਉਹਨਾਂ ਦਾ ਵੀ ਜਨਮ ਸਫਲਾ ਹੋ ਜਾਵੇਗਾ। ਤੁਸੀਂ ਸਾਡੇ ਦਰਸ਼ਨ ਕਰੋਗੇ, ਔਰ ਜੋ ਤੁਹਾਡੇ ਦਰਸ਼ਨ ਵੀ ਕਰ ਲਵੇਗਾ ਉਹਦਾ ਵੀ ਜਨਮ ਸਫਲਾ ਹੋ ਜਾਵੇਗਾ। ਦੂਸਰ ਗੁਣ ਤੁਮ ਕਥਾ ਸੁਣਾਵੋ। ਪਹਿਲਾ ਗੁਣ ਤੇ ਤੁਹਾਡੇ ਵਿੱਚ ਇਹ ਹੈ ਕਿ ਤੁਸੀਂ ਹਰ ਰੋਜ਼ ਗੁਰੂ ਕਲਗੀਧਰ ਮਹਾਰਾਜ ਦੇ ਦਰਸ਼ਨ ਕਰਦੇ ਹੋ। ਦੂਸਰਾ ਤੁਹਾਡੇ ਵਿੱਚ ਵੱਡਾ ਗੁਣ ਇਹ ਹੈ, ਭਾਈ ਰਾਮ ਕੌਰ ਜੀ ਆਪ ਜੀ ਹਰ ਰੋਜ਼ ਗੁਰੂ ਸਾਹਿਬਾਨਾਂ ਦੀ ਕਥਾ ਸੁਣਾਉਂਦੇ ਹਨ। ਸਤਿਗੁਰ ਗੁਣ ਗੁਣ ਵਰਨ ਰਿਝਾਵਹੁ। ਸੱਚੇ ਸਤਿਗੁਰਾਂ ਦਾ ਜੀਵਨ ਸੁਣਾ ਕੇ, ਉਹਨਾਂ ਦੇ ਜੀਵਨ ਦੇ ਮਹਾਨ ਗੁਣ ਸੁਣਾ ਕਰਕੇ, ਵਰਣਨ ਕਰਕੇ ਗੁਰਸਿੱਖ ਸੰਗਤਾਂ ਨੂੰ ਪ੍ਰੇਮ ਵਿੱਚ ਰਝਾਉਂਦੇ ਹਨ। ਤੁਮ ਹੋ ਧੰਨ ਸਦਾ ਜੁਗ ਲੋਕ। ਹਜ਼ੂਰ ਸਾਹਿਬ ਤੋਂ ਆਈ ਹੋਈ ਸੰਗਤ ਭਾਈ ਰਾਮ ਕੌਰ ਨੂੰ ਬੇਨਤੀ ਕਰਦੀ, ਭਾਈ ਰਾਮ ਕੌਰ ਜੀ ਆਪ ਜੀਆਂ ਦਾ ਜੀਵਨ ਤੇ ਦੋਨਾਂ ਲੋਕਾਂ ਦੇ ਵਿੱਚ ਧਨ ਹੈ, ਧਨਤਾ ਯੋਗ ਹੈ। ਆਪ ਜੀ ਲੋਕ ਦੇ ਵਿੱਚ ਵੀ ਧਨ ਹੋ ਤੇ ਪਰਲੋਕ ਵਿੱਚ ਵੀ ਧਨ ਹੋ। ਹਮ ਵੀ ਧਨ ਜੇ ਦਰਸ ਬਿਲੋਕ। ਤੇ ਸੰਗਤਾਂ ਕਹਿਣ ਲੱਗੀਆਂ ਅਸੀਂ ਵੀ ਧਨ ਹਾਂ ਜੋ ਆਪ ਜੀਆਂ ਦੇ ਮੁਖੋਂ ਕਥਾ ਸੁਣਦੀਆਂ ਹਨ। ਆਪ ਜੀ ਗੁਰੂ ਸਾਹਿਬਾਨਾਂ ਦੀ ਕਥਾ ਸੁਣਾਉਂਦੇ, ਅਸੀਂ ਸੁਣਦੀਆਂ, ਸਾਡਾ ਜੀਵਨ ਵੀ ਧਨ ਹੈ। ਇਹ ਰਾਵਰ ਕੋ ਵੱਡ ਉਪਕਾਰ। ਇਹ ਤੇ ਬਹੁਤਾ ਵੱਡਾ ਉਪਕਾਰ ਹੈ, ਪਰ ਉਪਕਾਰ ਹੈ। ਕਥਾ ਸੁਣਾਈ ਕਰ ਵਿਸਤਾਰਾ। ਜੋ ਗੁਰੂ ਸਾਹਿਬਾਨਾਂ ਦੀ ਆਪ ਜੀਆਂ ਨੇ ਕਥਾ ਸੁਣਾਈ। ਇਹ ਸਾਰੀਆਂ ਬੇਨਤੀਆਂ ਰਮਦਾਸ ਨਗਰ ਹੈ। ਸੰਗਤ ਜੀ ਅੰਮ੍ਰਿਤਸਰ ਸਾਹਿਬ ਤੋਂ ਜਦੋਂ ਏਅਰਪੋਰਟ ਰੋਡ ਜਾਈਏ, ਅਜਨਾਲੇ ਵੱਲ ਨੂੰ ਜਾਈਏ ਤੇ ਅੱਗੇ ਰਮਦਾਸ ਨਗਰ ਆਉਂਦਾ ਹੈ, ਜੋ ਬਾਬਾ ਬੁੱਢਾ ਸਾਹਿਬ ਜੀਆਂ ਦਾ ਪਵਿੱਤਰ ਅਸਥਾਨ ਹੈ। ਉੱਥੇ ਜਿੱਥੇ ਭਾਈ ਰਾਮ ਕੌਰ ਜੀ ਉਹਨਾਂ ਦੀ ਅੰਸ਼ ਵੰਸ਼ ਵਿੱਚੋਂ ਵਸਦੇ ਸਨ, ਉੱਥੇ ਸਾਰੀ ਇਤਿਹਾਸ ਦੀ ਕਥਾ ਭਾਈ ਰਾਮ ਕੌਰ ਨੇ ਹਜ਼ੂਰ ਸਾਹਿਬ ਦੀਆਂ ਸੰਗਤਾਂ ਨੂੰ ਸੁਣਾਈ ਸੀ। ਤੇ ਹਜ਼ੂਰ ਸਾਹਿਬ ਦੀਆਂ ਸੰਗਤਾਂ ਉੱਥੇ ਬੈਠੀਆਂ ਬੇਨਤੀ ਕਰਦੀਆਂ ਕਿ ਭਾਈ ਰਾਮ ਕੌਰ ਜੀ ਆਪ ਜੀ ਧੰਨ ਹੋ। ਆਪ ਜੀ ਬਹੁਤਾ ਵੱਡਾ ਪਰ ਉਪਕਾਰ ਕਰ ਰਹੇ ਹਨ। ਕਾਹਦਾ? ਕਥਾ ਸੁਣਾਈ ਕਰ ਵਿਸਤਾਰ। ਜੋ ਸੱਚੇ ਸਤਿਗੁਰਾਂ ਦੀ ਪਵਿੱਤਰ ਕਥਾ ਸਾਨੂੰ ਸੁਣਨ ਨੂੰ ਮਿਲੀ ਹੈ, ਸਾਡਿਆਂ ਕੰਨਾਂ ਵਿੱਚ ਸੱਚੇ ਸਤਿਗੁਰਾਂ ਦਾ ਜੀਵਨ ਪੈਂਦਾ ਹੈ ਕਿ ਉਹਨਾਂ ਨੇ ਜੀਵਨ ਅੰਦਰ ਕੈਸੀਆਂ ਘਾਲਣਾ ਘਾਲੀਆਂ, ਕੈਸਾ ਉਪਦੇਸ਼ ਬਖਸ਼ਿਆ। ਅਬ ਆਗਲ ਇਤਿਹਾਸ ਬਖਾਨਹੁ। ਫਿਰ ਸੰਗਤਾਂ ਨੇ ਬੇਨਤੀ ਕੀਤੀ, ਭਾਈ ਰਾਮ ਕੌਰ ਜੀ ਹੁਣ ਤੱਕ ਅਸੀਂ ਕਥਾ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਸੁਣ ਚੁੱਕੇ ਹਾਂ। ਹੁਣ ਸਾਨੂੰ ਜਿਹੜੀ ਅਗਲੀ ਕਥਾ ਹੈ ਨਾ, ਉਹ ਸੁਣਾਉਣਾ ਕਰੋ। ਹਰਗੋਬਿੰਦ ਜਿਮ ਉਤਸਵ ਠਾਨਹੁ। ਕਿ ਕਿਵੇਂ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜਵਾਨ ਹੋਏ, ਕਿਵੇਂ ਉਹਨਾਂ ਦੇ ਆਨੰਦ ਕਾਰਜਾਂ ਦਾ ਸਮਾਂ ਆਇਆ, ਵਿਆਹ ਹੋਏ। ਸਾਨੂੰ ਉਹ ਸਾਰੀ ਜਿਹੜੀ ਖੁਸ਼ੀਆਂ ਭਰੀ ਕਥਾ ਹੈ ਸੁਣਾਉਣਾ ਕਰੋ। ਸ਼੍ਰੀ ਅਰਜਨ ਜਿਮਕੀਨ ਚਲਨ। ਤੇ ਕਿਵੇਂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਸ਼ਹੀਦੀ ਹੋਈ, ਕਿਵੇਂ ਗੁਰੂ ਅਰਜਨ ਦੇਵ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਦੀ ਧਰਤੀ ਤੇ ਤਤੀਆਂ ਤਵੀਆਂ ਤੇ ਬੈਠਣ ਲਈ ਗਏ, ਉਹ ਵੀ ਸਾਨੂੰ ਸੁਣਾਉਣਾ ਕਰੋ। ਕਰ ਚੰਦੂ ਕੋ ਚਲਨ ਬਹਾਨ। ਤੇ ਕਿਵੇਂ ਉਹ ਮੁਗਲ ਚੰਦੂ ਦੇ ਨਾਲ ਸੰਬੰਧ ਜੁੜਦਾ ਹੈ, ਕਿੱਥੋਂ ਇਹ ਜੰਗ ਯੁੱਧ ਲੜਾਈ ਝਗੜਾ ਸ਼ੁਰੂ ਹੁੰਦਾ ਹੈ। ਸਕਲ ਕਥਾ ਵਿਸਤਾਰ ਸੁਣਾਵਹੁ। ਭਾਈ ਰਾਮ ਕੌਰ ਜੀ ਐਸੀ ਜੋ ਗੁਰੂ ਸਾਹਿਬਾਨਾਂ ਦੀ ਕਥਾ ਹੈ ਨਾ, ਉਹ ਸਾਰੀ ਸਾਨੂੰ ਵਿਸਤਾਰ ਦੇ ਨਾਲ, ਖੁੱਲ੍ਹ ਕੇ ਪ੍ਰੇਮ ਦੇ ਨਾਲ ਸੁਣਾਉਣਾ ਕਰੋ। ਹਮਹਿ ਨਿਹਾਲ ਕਰਹੁ ਹਰ ਖਾਵਹੁ। ਤੇ ਜਿਸ ਕਥਾ ਨੂੰ ਸੁਣਨ ਦੇ ਨਾਲ ਸਾਡਾ ਜੀਵਨ ਨਿਹਾਲ ਹੋਣਾ ਹੈ, ਸਾਡੇ ਜੀਵਨ ਅੰਦਰ ਰੋਗਾਂ ਸੋਗਾਂ ਦਾ ਨਾਸ਼ ਹੋਣਾ ਹੈ, ਖੁਸ਼ੀਆਂ ਦੀ ਬਰਖਾ ਹੋਣੀ ਹੈ, ਐਸੀ ਕਥਾ ਸੁਣਾਵੋ ਜੀ। ਇਮ ਸਿੰਘਣ ਕੀ ਸੁਣ ਕਰ ਬਿਣਾ। ਇਸ ਪ੍ਰਕਾਰ ਰਮਦਾਸ ਨਗਰ ਵਿੱਚ ਜਦੋਂ ਹਜ਼ੂਰ ਸਾਹਿਬ ਦੀਆਂ ਸੰਗਤਾਂ ਨੇ ਬੇਨਤੀ ਕੀਤੀ, ਭਾਈ ਰਾਮ ਕੌਰ ਜੀ ਹੁਣੀ ਜਦੋਂ ਇਹ ਬੇਨਤੀ ਸੁਣੀ, ਰਾਮ ਕੌਰ ਗਨ ਆਨੰਦ ਸਣੇ। ਤੇ ਭਾਈ ਰਾਮ ਕੌਰ ਜੀ ਬੜੇ ਆਨੰਦ ਦੇ ਵਿੱਚ ਆਏ, ਬਹੁਤੇ ਖੁਸ਼ ਹੋਏ। ਸਰੋਤਨ ਕੋ ਬਹੁ ਭਾਂਤ ਸਰਾਹੇ। ਫਿਰ ਭਾਈ ਰਾਮ ਕੌਰ ਜੀ ਸਰੋਤਿਆਂ ਨੂੰ ਸਰਾਹ ਰਹੇ ਨੇ, ਸਲਾਹ ਰਹੇ।
ਜਿਹੜੇ ਇਸ ਪ੍ਰਕਾਰ ਹਰ ਰੋਜ਼ ਕਥਾ ਸੁਣਨ ਲਈ ਬੈਠਦੇ, ਹਰ ਰੋਜ਼ ਸਮੇਂ ਸਿਰ ਆ ਕੇ ਬਹਿੰਦੇ, ਉਹ ਜੋ ਵੀ ਸਤਸੰਗਤ ਕਰਦੇ ਤੇ ਭਾਈ ਰਾਮ ਕੌਰ ਜੀ ਉਹਨਾਂ ਨੂੰ ਵੇਖ ਕੇ ਬੜਾ ਖੁਸ਼ ਹੁੰਦੇ। ਜਿਨ ਬਹੁ ਸਿੱਖੀ ਧਰਮ ਨਿਭਾਹੇ, ਜਿਨ੍ਹਾਂ ਨੇ ਗੁਰੂ ਕੀ ਸਿੱਖੀ ਪ੍ਰਾਪਤ ਕੀਤੀ ਹੈ, ਗੁਰੂ ਨਾਨਕ ਦੇ ਦਰ ਦੇ ਨਾਲ ਜੁੜੇ ਨੇ, ਦੁੱਖਾਂ ਦੇ ਸਮੇਂ ਸੁੱਖਾਂ ਦੇ ਸਮੇਂ ਗੁਰੂ ਨਾਨਕ ਦੇ ਦਰ ਤੋਂ ਮੁਖ ਨਹੀਂ ਫੇਰਿਆ, ਐਸੇ ਜਿਹੜੇ ਗੁਰਸਿੱਖ ਹਨ ਜਨਮ ਸਫਲ ਆਪਣੋ ਕਰ ਲਈ। ਭਾਈ ਰਾਮ ਕੌਰ ਜੀ ਕਹਿਣ ਲੱਗੇ, ਭਾਈ ਐਸਿਆਂ ਗੁਰਸਿੱਖਾਂ ਨੇ ਤੇ ਆਪਣਾ ਜੀਵਨ ਸਫਲਾ ਕਰ ਲਿਆ ਹੈ, ਜੋ ਹਰ ਰੋਜ਼ ਗੁਰੂ ਸਾਹਿਬਾਨਾਂ ਦੇ ਦਰਸ਼ਨ ਕਰਦੇ, ਸਤਸੰਗਤ ਕਰਦੇ, ਸੇਵਾ ਕਰਦੇ, ਸਿਮਰਨ ਕਰਦੇ, ਜਨਮ ਸਫਲ ਆਪਣੋ ਕਰ ਲੀਨਸ। ਐਸਿਆਂ ਗੁਰਸਿੱਖਾਂ ਨੇ ਤੇ ਆਪਣਾ ਜਨਮ ਜਿਹੜਾ ਸਫਲਾ ਕਰ ਲਿਆ। ਕਥਾ ਸੁਣਨ ਪਰ ਚਿਤ ਹਿਤ ਦੀਨਸ, ਜਿਨ੍ਹਾਂ ਦਾ ਚਿੱਤ ਕਥਾ ਸੁਣਨ ਨੂੰ ਕਰਦਾ ਰਹਿੰਦਾ, ਗੁਰੂ ਦਾ ਇਤਿਹਾਸ ਸੁਣਨ ਨੂੰ ਜਿਨ੍ਹਾਂ ਦਾ ਮਨ ਕਰਦਾ ਰਹਿੰਦਾ ਹੈ। ਤੇ ਕਵੀ ਜੀ ਕਹਿੰਦੇ, ਭਾਈ ਉਹਨਾਂ ਨੇ ਤੇ ਇੱਦਾਂ ਜਾਣੋ ਕਿ ਆਪਣਾ ਜੀਵਨ ਸਫਲਾ ਕਰ ਲਿਆ। ਤੁਮਰੇ ਉਰ ਕੋ ਨਿਹਚਾ ਹੇਰੇ। ਭਾਈ ਰਾਮ ਕੌਰ ਜੀ ਕਹਿਣ ਲੱਗੇ ਕਿ ਇਹ ਸੰਗਤ ਜੀ, ਤੁਹਾਡੇ ਦਿਲ ਦੇ ਅੰਦਰ ਕਥਾ ਸੁਣਨ ਦਾ ਐਸਾ ਚਾਅ ਵੇਖ ਕੇ ਅਦਕ ਆਨੰਦ ਉਮਗਤੋ ਮੇਰਾ ਦਿਲ ਵੀ ਬੜਾ ਖੁਸ਼ ਹੋਇਆ। ਆਪ ਜੀ ਕਥਾ ਸੁਣਨ ਲਈ ਬੈਠਦੇ ਹੋ, ਮੇਰਾ ਕਥਾ ਸੁਣਾਉਣ ਨੂੰ ਮਨ ਕਰਦਾ। ਰੁਚ ਅਨੁਸਾਰ ਕਹੋ ਇਤਿਹਾਸਾ, ਤੇ ਜੋ ਗੁਰੂ ਸਾਹਿਬਾਨਾਂ ਦਾ ਅਗਲਾ ਇਤਿਹਾਸ ਹੈ ਉਹ ਮੈਂ ਬੜੀ ਰੁਚੀ ਦੇ ਨਾਲ, ਬੜੇ ਸੁੰਦਰ ਤਰੀਕੇ ਨਾਲ, ਸ਼ਰਧਾ ਭਾਵਨਾ ਦੇ ਨਾਲ ਆਖਾਂਗਾ। ਸਰਬ ਖਾਲਸਾ ਸੁਖ ਸੁਖ ਪਾਸਾ। ਗੁਰੂ ਕੇ ਖਾਲਸੇ ਦਾ ਹੁਕਮ ਹੈ ਕਥਾ ਸੁਣਨੀ ਹੈ, ਤੇ ਗੁਰੂ ਕੇ ਖਾਲਸੇ ਦਾ ਹੁਕਮ ਮੋੜਿਆ ਨਹੀਂ ਜਾ ਸਕਦਾ। ਇਸ ਲਈ ਮੈਂ ਆਪ ਜੀਆਂ ਨੂੰ ਪਵਿੱਤਰ ਇਤਿਹਾਸ ਸੁਣਾਵਾਂਗਾ। ਸ਼੍ਰੀ ਅਰਜਨ ਕੋ ਸੁਨਹੁ ਚਲਾਨਾ, ਕਿ ਕਿਸ ਪ੍ਰਕਾਰ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਲਾਹੌਰ ਦੀ ਧਰਤੀ ਉੱਪਰ ਜਾ ਤਤੀਆਂ ਤਵੀਆਂ ਤੇ ਬੈਠ ਕੇ ਸੱਚਖੰਡ ਪਿਆਨਾ ਕੀਤਾ। ਹੁਣ ਸ੍ਰੀ ਹਰਗੋਬਿੰਦ ਅਖਿਆਨਾ, ਤੇ ਫੇਰ ਕਿਵੇਂ ਹਰਗੋਬਿੰਦ ਪਾਤਸ਼ਾਹ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ ਤਖਤ ਸਾਹਿਬ ਤੇ ਬੈਠਦੇ ਨੇ, ਤੇ ਗੁਰੂ ਕੇ ਸਿੱਖਾਂ ਤਾਈਂ ਹੁਕਮ ਸੁਣਾਉਂਦੇ ਨੇ ਕਿ ਹੁਣ ਭਾਈ ਵਧੀਆ ਨਸਲ ਦੇ ਘੋੜੇ, ਚੰਗੇ ਸ਼ਾਸਤਰ, ਵਧੀਆ ਹਥਿਆਰ, ਤੇ ਹੁਣ ਆਪਣੀਆਂ ਜਵਾਨੀਆਂ ਲੇਖੇ ਲਾਓ। ਕਿਵੇਂ ਮਹਾਰਾਜ ਜੀ ਹੁਕਮ ਸੁਣਾਉਣਗੇ ਇਹ ਵੀ ਕਥਾ ਆਵੇ। ਪੂਰਬ ਵਿਆਹ ਹੋਣ ਕੀ ਕਥਾ। ਪਰ ਸਭ ਤੋਂ ਪਹਿਲਾਂ ਭਾਈ ਰਾਮ ਕੌਰ ਜੀ ਕਹਿੰਦੇ, ਤੁਹਾਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਵਿਆਹ ਦੀ ਕਥਾ ਸੁਣਾਉਣੀ ਹੈ। ਕਿਵੇਂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ ਵਿਆਹ ਹੋਵੇਗਾ, ਕਿਵੇਂ ਰਿਸ਼ਤਾ ਲੈ ਕਰਕੇ ਚੰਦੂ ਦੇ ਅਹਿਲਕਾਰ ਭੇਜੇ ਹੋਏ ਪੰਡਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਚਰਨਾਂ ਦੀ ਸ਼ਰਨ ਵਿੱਚ ਆਉਣਗੇ। ਵਰਣਨ ਕਰੋ ਭਾਈ ਬਿਦ ਜਥਾ, ਤੇ ਕਿਵੇਂ ਇਹ ਰਿਸ਼ਤਾ ਜੁੜੇਗਾ, ਜੁੜ ਕੇ ਇਹ ਰਿਸ਼ਤਾ ਟੁੱਟੇਗਾ, ਜਿੱਥੋਂ ਦਿੱਲੀ ਦਰਬਾਰ ਦੀ ਇਹਦਾ ਅੰਮ੍ਰਿਤਸਰ ਸਾਹਿਬ ਦੇ ਨਾਲ, ਪੰਜਾਬ ਦੀ ਧਰਤੀ ਦੇ ਨਾਲ ਖੜਕ ਪਵੇਗਾ। ਵਰਣਨ ਕਰੋ ਭਾਈ ਬਿਦ ਜਥਾ, ਜਿਵੇਂ ਜਿਵੇਂ ਉਹ ਸਮੇਂ ਹੋਇਆ, ਜੋ ਜੋ ਵਰਤਾਰੇ ਵਰਤੇ। ਕਵੀ ਜੀ ਕਹਿੰਦੇ, ਭਾਈ ਸਾਰਾ ਕੁਝ ਹੀ ਦੱਸਾਂ। ਤੁਰਕੇਸ਼ਰ ਕੇ ਸੰਗ ਮਿਲਾਪਣ, ਕਿਵੇਂ ਮੁਗਲਾਂ ਦੇ ਨਾਲ ਮਿਲਾਪ ਹੋਵੇਗਾ। ਚੰਦੂ ਪਾਪੀ ਕੋ ਪੁਨ ਖਾਪਣ, ਤੇ ਕਿਵੇਂ ਫਿਰ ਜਿਹੜਾ ਚੰਦੂ ਹੈ ਉਹ ਵੱਡਾ ਪਾਪ ਕਮਾਵੇਗਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਸ਼ਹੀਦ ਕਰਕੇ। ਤੇ ਕਿਵੇਂ ਗੁਰੂ ਹਰਗੋਬਿੰਦ ਪਾਤਸ਼ਾਹ ਦਿੱਲੀ ਤੋਂ ਚੰਦੂ ਦੀ ਨੱਕ 'ਚ ਨਕੇਲ ਪਾ ਕੇ ਉਸ ਨੂੰ ਪੰਜਾਬ ਲਿਆਵਣਗੇ। ਇਹ ਸਾਰਾ ਕੁਝ ਦੱਸਾਂਗੇ। ਦਿੱਲੀ ਪਤ ਕੇ ਰਹਿਮੋ ਸੰਗ, ਜਿਹੜਾ ਇਹ ਚੰਦੂ ਪਾਪੀ ਹੈ ਇਹ ਦਿੱਲੀ ਦੇ ਰਾਜੇ ਜਹਾਂਗੀਰ ਦੇ ਨਾਲ ਰਹਿੰਦਾ ਸੀ, ਉਹਦੇ ਦਰਬਾਰ ਦਾ ਦੀਵਾਨ ਸੀ। ਸਾਰੀ ਗੱਲ ਇਸ ਨੂੰ ਪੁੱਛ ਦੱਸ ਕੇ ਹੁੰਦੀ ਸੀ। ਬਿਗਰ ਪਰੇ ਤਬ ਜੁਟੇ ਸੰਗ, ਜੁਟੇ ਜੰਗ। ਕਿਵੇਂ ਇਸ ਦਿੱਲੀ ਦੇ ਨਾਲ ਪੰਜਾਬ ਦੀ ਵਿਗੜੇਗੀ, ਕਿਵੇਂ ਜੰਗ ਜੁੱਧ ਛਿੜਨਗੇ। ਸੈਨਾ ਤੁਰਕਨ ਕੀ ਜਨ ਘਾਈ, ਕਿਵੇਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਸ਼ਹੀਦੀ ਤੋਂ ਬਾਅਦ ਇਹਨਾਂ ਮੁਗਲਾਂ ਦੀ, ਇਹਨਾਂ ਤੁਰਕਾਂ ਦੀ ਸੈਨਾ ਨੂੰ ਜੰਗ ਦੇ ਮੈਦਾਨ ਦੇ ਵਿੱਚ ਰੋਲਿਆ ਸੀ।
ਕਿਵੇਂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ ਚੰਦਰ ਹਾਸ ਤੇਗਾ ਖੜਕਿਆ ਸੀ। ਇਹ ਸਾਰੀ ਕਥਾ ਸੁਣਾਵਾਂਗੇ। ਬਚੇ ਸੂਰ ਸੇ ਗਏ ਪਲਾਈ, ਕਿਵੇਂ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਜੰਗ ਦੇ ਮੈਦਾਨ ਵਿੱਚ ਵੇਖ ਕੇ ਵੱਡੇ ਤੋਂ ਵੱਡੇ ਸੂਰਮੇ ਪਿੱਠ ਦਿਖਾ ਕੇ ਦੌੜ ਜਾਂਦੇ ਸਨ, ਇਹ ਵੀ ਦੱਸਾਂਗੇ। ਦੇਸ ਮਾਲਵੇ ਮਹਿ ਗੁਰ ਗਏ, ਤੇ ਕਿਵੇਂ ਗੁਰੂ ਹਰਗੋਬਿੰਦ ਪਾਤਸ਼ਾਹ ਫਿਰ ਮਾਲਵੇ ਦੇਸ਼ ਵਿੱਚ ਆਉਂਦੇ। ਸਾਡੇ ਇਲਾਕੇ ਵਿੱਚ ਸੰਗਤ ਜੀ ਡਰੋਲੀ ਨਗਰ ਹੈ, ਮੱਦੋਗੇ ਨਗਰ ਹੈ, ਸ਼੍ਰੀ ਤਖਤੂਪੁਰਾ ਸਾਹਿਬ ਹੈ, ਆਪਣਾ ਨਗਰ ਹੈ, ਹੋਰ ਆਸੇ ਪਾਸੇ। ਹੁਣ ਇਹ ਸਾਰੀ ਕਥਾ ਆਪਣੇ ਨਗਰਾਂ ਦੀ ਕਵੀ ਜੀ ਕਹਿੰਦੇ ਭਾਈ ਅੱਗੇ ਇਹ ਵੀ ਦੱਸਾਂਗੇ। ਦੇਸ ਮਾਲਵੇ ਮਹਿ ਗੁਰ ਗਏ, ਕਿਸ ਪ੍ਰਕਾਰ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੰਗ ਜੁੱਧ ਕਰਦੇ ਮਹਾਰਾਜ ਦੀ ਧਰਤੀ ਤੇ ਪਹੁੰਚਦੇ ਨੇ। ਅਨਕ ਵਿਸਾਲ ਕਰਤ ਤਹ ਭਾਏ, ਤੇ ਮਾਲਵੇ ਦੇਸ਼ ਵਿੱਚ ਆ ਕੇ ਕੀ ਵਰ ਬਖਸ਼ੇ, ਕੀ ਕੌਤਕ ਕੀਤੇ ਸੱਚੇ ਪਾਤਸ਼ਾਹ ਨੇ। ਕਿਸ ਨਗਰ ਦੇ ਲੋਕਾਂ ਨੇ ਜਾ ਕਰਕੇ ਸੱਚੇ ਸਤਿਗੁਰਾਂ ਦੀ ਸੇਵਾ ਕੀਤੀ, ਸਾਥ ਦਿੱਤਾ। ਇਹ ਸਾਰਾ ਇਤਿਹਾਸ ਆਵੇਗਾ। ਇਤਿਹਾਦਿਕ ਸਤਿਗੁਰ ਕੀ ਕਥਾ, ਇਹ ਤੋਂ ਆਦਿਕ ਲੈ ਕਰਕੇ ਹੋਰ ਵੀ ਜੋ ਗੁਰੂ ਸਾਹਿਬਾਨਾਂ ਦੀ ਕਥਾ ਹੈ। ਭਾਈ ਜਥਾ ਮੈਂ ਵਰਣੋ ਤਥਾ, ਜਿਵੇਂ ਜਿਵੇਂ ਹੋਈ ਭਾਈ ਰਾਮ ਕੌਰ ਜੀ ਕਹਿੰਦੇ ਭਾਈ ਉਵੇਂ ਉਵੇਂ ਹੀ ਵਰਣਨ ਕਰਾਂਗੇ, ਉਵੇਂ ਉਵੇਂ ਹੀ ਕਹਿਣਾ ਕਰਾਂਗੇ। ਮਹਾ ਮਹਾਤਮ ਸੁਣਬੇ ਕੇਰਾ, ਕਵੀ ਜੀ ਕਹਿੰਦੇ ਭਾਈ ਜੋ ਇਹ ਇਤਿਹਾਸ ਦੀ ਕਥਾ ਹੈ ਨਾ, ਇਸ ਨੂੰ ਸੁਣਨ ਦਾ ਬੜਾ ਵੱਡਾ ਮਹੱਤਵ ਹੈ, ਬਹੁਤਾ ਵੱਡਾ ਮਹੱਤਵ ਹੈ, ਬੜੀ ਵਡਿਆਈ ਹੈ। ਸਰਦਾ ਸਹਿਤ ਨਾ ਹੋਏ ਜਗ ਫੇਰਾ, ਕਵੀ ਜੀ ਕਹਿੰਦੇ ਏਦਾਂ ਸਮਝ ਲਵੋ ਜੋ ਸ਼ਰਧਾ ਭਾਵਨਾ ਦੇ ਨਾਲ ਸਤ ਸੰਗਤ ਕਰਦੇ, ਗੁਰੂ ਸਾਹਿਬਾਨਾਂ ਦੇ ਇਤਿਹਾਸ ਦੀ ਕਥਾ ਸੁਣਦੇ ਨੇ ਨਾ, ਸ਼ਰਧਾ ਸਹਿਤ ਨਾ ਹੋਏ ਜਗ ਫੇਰਾ। ਉਹਨਾਂ ਦੇ ਜਨਮਾਂ ਮਰਨਾਂ ਦੇ ਗੇੜੇ ਕੱਟੇ ਜਾਂਦੇ ਨੇ, ਉਹ ਬਾਰ-ਬਾਰ ਜਨਮ ਦੇ ਮਰਦੇ ਨਹੀਂ। 84 ਲੱਖ ਜੂਨਾਂ ਦਾ ਫੇਰਾ ਮੁੱਕ ਜਾਂਦਾ ਹੈ। ਸਤਿਗੁਰ ਕੋ ਪਦ ਪੰਕਜ ਪ੍ਰੇਮੋ, ਫੇਰ ਗੁਰੂ ਸਾਹਿਬਾਨਾਂ ਦਾ ਜੀਵਨ ਸੁਣਨ ਦੇ ਨਾਲ ਪ੍ਰੇਮ ਵੱਧਦਾ। ਗੁਰੂ ਘਰ ਦੇ ਨਾਲ, ਸੇਵਾ ਸਿਮਰਨ ਦੇ ਨਾਲ, ਸਤ ਸੰਗਤ ਦੇ ਨਾਲ ਗੁਰੂ ਤੇ ਮਾਣ ਹੁੰਦਾ ਹੈ। ਗੁਰੂ ਕੀਆਂ ਵਡਿਆਈਆਂ, ਗੁਰੂ ਕੀ ਜੀਵਨ ਕਥਾ ਸੁਣ ਕੇ ਗੁਰੂ ਕੇ ਚਰਨਾਂ ਕਮਲਾਂ ਦੇ ਨਾਲ ਬੜਾ ਪ੍ਰੇਮ ਪੈਂਦਾ ਹੈ। ਵਧਹ ਦੇਤ ਜੋ ਜੋਗ ਸੋ ਛੇਮੋ, ਤੇ ਜਿਨ੍ਹਾਂ ਦਾ ਪ੍ਰੇਮ ਸੱਚੇ ਸਤਿਗੁਰਾਂ ਦੇ ਦਰ ਘਰ ਦੇ ਨਾਲ, ਸੇਵਾ ਸਿਮਰਨ ਦੇ ਨਾਲ ਵੱਧ ਗਿਆ ਹੈ, ਤੇ ਕਵੀ ਜੀ ਕਹਿੰਦੇ ਭਾਈ ਇਹ ਕਥਾ ਸੁਣਦੇ ਸੁਣਦੇ ਪ੍ਰੇਮ ਵੱਧ ਜਾਂਦਾ ਹੈ। ਜਿਨ੍ਹਾਂ ਦਾ ਪ੍ਰੇਮ ਵੱਧ ਜਾਂਦਾ ਹੈ, ਅੰਤਲੇ ਸਮੇਂ ਮੁਕਤੀ ਪ੍ਰਾਪਤ ਹੁੰਦੀ ਹੈ। ਜਮਾਂ ਦੀਆਂ ਮਾਰਾਂ ਨਹੀਂ ਸਹਿੰਦੇ, ਨਰਕਾਂ ਦੇ ਦੁੱਖ ਨਹੀਂ ਸਹਿੰਦੇ। ਸੁਤਬਿਤ ਆਦਿ ਕਾਮਨਾ ਜੋਈ, ਫੇਰ ਐਸੀ ਕਥਾ ਹੈ ਇਤਿਹਾਸ ਦੀ। ਕਵੀ ਜੀ ਕਹਿੰਦੇ ਭਾਈ ਕੋਈ ਪੁੱਤਰ ਦੀ ਦਾਤ ਲੈਣੀ ਹੋਵੇ, ਕੋਈ ਘਰ ਵਿੱਚ ਗਰੀਬੀ ਹੋਵੇ, ਮਾਇਆ ਦੀ ਪ੍ਰਾਪਤੀ ਕਰਨੀ ਹੋਵੇ, ਦੁੱਧ ਦੀਆਂ ਦਾਤਾਂ ਲੈਣੀਆਂ ਹੋਣ, ਤੇ ਸਾਰੀਆਂ ਹੀ ਮਨੋ ਕਾਮਨਾ ਇਹ ਕਥਾ ਪੂਰਨ ਕਰਨ ਵਾਲੀ ਹੈ। ਸਰੋਤਨ ਕੋ ਸਭ ਦੇਵਤ ਸੋਈ, ਜੋ ਵੀ ਸਰੋਤਾ ਆਪਣੇ ਮਨ ਦੇ ਵਿੱਚ ਕੋਈ ਇੱਛਾ ਸੋਚ ਕੇ, ਕੋਈ ਮਨੋ ਕਾਮਨਾ ਸੋਚ ਕੇ ਬਹਿੰਦਾ ਹੈ, ਇਤਿਹਾਸ ਦੀ ਕਥਾ ਸੁਣਦਾ ਹੈ ਨਾ, ਸਰੋਤਨ ਕੋ ਸਭ ਦੇਵਤ ਸੋਈ, ਤੇ ਸਰੋਤਿਆਂ ਨੂੰ ਸਾਰੀਆਂ ਬਖਸ਼ਿਸ਼ਾਂ ਕਰਨ ਵਾਲੀ ਹੈ। ਦੇਹ ਅਰੋਗ ਰੋਗ ਕੋ ਘਾਤਕ, ਤੇ ਇਤਿਹਾਸ ਦੀ ਕਥਾ ਸੁਣਨ ਵਾਲਿਆਂ ਦਾ ਜਿਹੜਾ ਸਰੀਰ ਹੈ ਉਹ ਰੋਗਾਂ ਤੋਂ ਰਹਿਤ ਰਹਿੰਦਾ ਹੈ। ਕਵੀ ਜੀ ਕਹਿੰਦੇ ਜੇਕਰ ਕਿਸੇ ਦਾ ਸਰੀਰ ਰੋਗੀ ਸੋਗੀ ਹੋਵੇ ਵੀ, ਕੋਈ ਵੱਡਾ ਰੋਗ ਲੱਗਿਆ ਹੋਵੇ, ਨਾ ਦਵਾਈਆਂ ਨਾਲ ਆਰਾਮ ਆਵੇ, ਤੇ ਉਹ ਸਰੋਤਾ ਸ਼ਰਧਾ ਭਾਵਨਾ ਦੇ ਨਾਲ ਗੁਰੂ ਨਾਨਕ ਦੇ ਦਰ ਤੇ ਚੱਲ ਕੇ ਆਵੇ। ਜਿੱਥੇ ਇਤਿਹਾਸ ਦੀ ਕਥਾ ਹੁੰਦੀ ਹੋਵੇ, ਬਹਿ ਕਰਕੇ ਸਤ ਸੰਗਤ ਕਰੇ, ਗੁਰੂ ਕਾ ਇਤਿਹਾਸ ਸੁਣਦੇ ਸੁਣਦੇ ਹੀ ਉਸ ਦਾ ਜਿਹੜਾ ਰੋਗ ਕੋ ਘਾਤਕ ਰੋਗ ਨੂੰ ਖਤਮ ਕਰ ਦੇਵੇ। ਐਸੀ ਕਥਾ ਹੈ ਦੇਹ ਅਰੋਗ ਰੋਗ ਕੋ ਘਾਤਕ। ਪਹਿਲੀ ਗੱਲ ਹੈ ਤੇ ਸਰੀਰ ਨੂੰ ਰੋਗਾਂ ਤੋਂ ਰਹਿਤ ਹੀ ਰੱਖਦੀ ਹੈ। ਪਰ ਫਿਰ ਵੀ ਕਿਸੇ ਦਾ ਸਰੀਰ ਰੋਗ ਦੇ ਸਹਿਤ ਹੋ ਜਾਵੇ ਤੇ ਕਥਾ ਦੇ ਵਿੱਚ ਹਾਜ਼ਰੀ ਭਰੇ ਭਾਈ ਉਹਦਾ ਸਰੀਰ ਰੋਗਾਂ ਤੋਂ ਰਹਿਤ ਹੋ ਜਾਵੇਗਾ। ਅਨਕ ਭਾਂਤ ਕੇ ਪਾਤਕ ਹਾਤਕ, ਅਨੇਕਾਂ ਤਰੀਕਿਆਂ ਦੇ ਰੋਗਾਂ ਸੋਗਾਂ ਦੁੱਖਾਂ ਤਕਲੀਫਾਂ ਨੂੰ ਹਾਤਕ ਭਾਵ ਨਾਸ਼ ਕਰਨ ਵਾਲੀ ਹੈ।
ਮ੍ਰਿਤਕ ਪਿਸ਼ਾਰੀ ਵਰਣਨ ਜੋਏ। ਔਰ ਜਦੋਂ ਕੋਈ ਘਰ ਦੇ ਵਿੱਚ ਚੜ੍ਹਾਈ ਕਰ ਜਾਵੇ ਸੰਗਤ ਜੀ, ਆਪਣੇ ਮਾਲਵੇ ਇਲਾਕੇ ਵਿੱਚ ਤੇ ਇਹ ਚੀਜ਼ਾਂ ਦਾ ਪਤਾ ਨਹੀਂ, ਪਰ ਮਾਝੇ ਇਲਾਕੇ ਵਿੱਚ ਜਦੋਂ ਵੀ ਕੋਈ ਪਰਿਵਾਰ ਦਾ ਮੈਂਬਰ ਚੜ੍ਹਾਈ ਕਰ ਜਾਂਦਾ ਹੈ, ਜਿੱਥੇ ਸਹਿਜ ਪਾਠ ਪ੍ਰਕਾਸ਼ ਕਰਵਾਉਂਦੇ ਨੇ, ਉੱਥੇ ਸੰਗਤ ਜੀ ਨਾਲ ਦੀ ਨਾਲ ਕਥਾ ਵੀ ਕਰਵਾਉਂਦੇ ਨੇ। ਜੈਤਸਰੀ ਵਾਰ ਕੀ ਔਰ ਜੋ ਸੰਸਕ੍ਰਿਤ ਦੇ ਸ਼ਲੋਕ ਹਨ, ਇਹਨਾਂ ਦੀ ਕਥਾ ਹੁੰਦੀ। ਸੁਬਾਹ ਸੰਸਕ੍ਰਿਤ ਦੇ ਸ਼ਲੋਕਾਂ ਦੀ ਕਥਾ ਤੇ ਸੰਧਿਆ ਦੇ ਸਮੇਂ ਜੈਤਸਰੀ ਕੀ ਵਾਰ ਹੈ। ਗੁਰੂ ਗ੍ਰੰਥ ਸਾਹਿਬ ਜੀ ਅੰਦਰ ਇੱਕ ਗੁਰਬਾਣੀ ਹੈ ਜਿਸ ਨੂੰ ਜੈਤਸਰੀ ਕੀ ਵਾਰ ਕਿਹਾ ਜਾਂਦਾ ਹੈ, ਉਸ ਦੀ ਕਥਾ ਹੁੰਦੀ ਹੈ। ਮਾਝੇ ਇਲਾਕੇ ਵਿੱਚ ਕੋਈ ਵੀ ਪਰਿਵਾਰ ਦਾ ਜੀਵ ਚੜ੍ਹਾਈ ਕਰ ਜਾਂਦਾ ਹੈ, ਨਾਲ ਦੀ ਨਾਲ ਸਹਿਜ ਪਾਠ ਹੁੰਦਾ ਹੈ ਔਰ ਨਾਲ ਦੀ ਨਾਲ ਉਸ ਪਰਿਵਾਰ ਦੇ ਗ੍ਰਹਿ ਵਿਖੇ ਸੁਬਾਹ ਸ਼ਾਮ 2 ਟਾਈਮ ਕਥਾ ਵੀ ਹੁੰਦੀ ਹੈ, ਜਿਸ ਕਥਾ ਨੂੰ ਸੁਣਨ ਦੇ ਨਾਲ ਹੌਸਲਾ ਮਿਲਦਾ ਹੈ। ਸੰਗਤ ਜੀ, ਪਰਿਵਾਰ ਦੇ ਵਿੱਚੋਂ ਵਿਛੜੇ ਹੋਏ ਨੂੰ ਇਹਦਾ ਭੁੱਲਣ ਵਿੱਚ ਮਹਾਰਾਜ ਸਮਰੱਥਾ ਬਖਸ਼ਦੇ ਨੇ, ਦੁੱਖ ਨੂੰ ਝੱਲਣ ਵਿੱਚ ਸਮਰੱਥਾ ਬਖਸ਼ਦੇ ਨੇ। ਤੇ ਕਵੀ ਜੀ ਕਹਿੰਦੇ ਮ੍ਰਿਤਕ ਪਿਸ਼ਾਰੀ ਵਰਣਨ ਜੋਏ। ਕੋਈ ਘਰ ਦਾ ਜੀਵ ਚੜ੍ਹਾਈ ਕਰ ਜਾਵੇ ਸਹਿਜ ਪਾਠ ਦੇ ਨਾਲ, ਕਿਤੇ ਉਹ 8-9 ਦਿਨ ਕਥਾ ਵੀ ਸੁਣੀ ਜਾਵੇ ਤੇ ਇਹ ਪਰਲੋਕ ਵੇਖਿਆਗਤ ਹੋਵੇ। ਤੇ ਜੋ ਜੀਵ ਚੜ੍ਹਾਈ ਵੀ ਕਰ ਗਿਆ ਹੈ ਤੇ ਉਸ ਦੇ ਬਾਅਦ ਵਿੱਚ ਹੋਈ ਕਥਾ ਦਾ ਵੀ ਇਸ ਪ੍ਰਕਾਰ ਉਸ ਨੂੰ ਸਹਾਰਾ ਮਿਲਦਾ ਹੈ, ਤਾਂ ਪਰਲੋਕ ਵੇਖਿਆਗਤ ਹੋਵੇ। ਮਰੇ ਹੋਏ ਜੀਵ ਦੀ ਵੀ ਗਤੀ ਹੋ ਜਾਂਦੀ ਹੈ, ਟੇਢੀਆਂ ਮੇਢੀਆਂ ਜੂਨਾਂ ਤੋਂ ਬਚ ਜਾਂਦਾ ਹੈ, ਉਸ ਦਾ ਵੀ ਲੋਕ ਪਰਲੋਕ ਸਵਰ ਜਾਂਦਾ ਹੈ। ਐਸੀ ਭਾਈ ਇਹ ਕਥਾ ਦੀ ਸ਼ਕਤੀ ਹੈ। ਸੰਕਟ ਸਕਲ ਨਾਸ਼ ਕੋ ਕਰਤਾ। ਤੇ ਫਿਰ ਇਹ ਸਾਰੇ ਜੀਵਨ ਦੇ ਜੋ ਸੰਕਟ ਹਨ, ਵਿਘਨ ਹਨ, ਦੁੱਖ ਹਨ, ਸਾਰਿਆਂ ਹੀ ਸੰਕਟਾਂ ਨੂੰ ਨਾਸ਼ ਕਰਨ ਵਾਲੀ ਹੈ। ਮਹਾਧਰਮ ਕੋ ਉਰ ਮਹ ਧਰਤਾ। ਕਥਾ ਸੁਣ ਕੇ ਤੇ ਭਾਈ ਲੋਕ ਧਰਮੀ ਹੁੰਦੇ ਨੇ। ਧਰਮ ਦੇ ਬੀਜ ਹਿਰਦੇ ਵਿੱਚ ਪੈਦਾ ਹੁੰਦੇ ਨੇ। ਗੁਰਸਿੱਖੀ ਉੱਪਰ ਮਾਣ ਹੁੰਦਾ ਹੈ, ਗੁਰੂ ਸਾਹਿਬਾਨਾਂ ਉੱਪਰ ਮਾਣ ਹੁੰਦਾ ਹੈ। ਮਹਾਧਰਮ ਕੋ ਉਰ ਮਹ ਧਰਤਾ। ਜਿਹੜਾ ਮਹਾਨ ਧਰਮ ਹੈ ਗੁਰੂ ਖਾਲਸੇ ਦਾ, ਫਿਰ ਗੁਰੂ ਕਾ ਸਿੱਖ ਡੋਲਦਾ ਨਹੀਂ, ਉਸ ਨੂੰ ਧਾਰਨ ਕਰਕੇ ਰੱਖਦਾ। ਸ਼ਰਧਾ ਕਰ ਜੋ ਸੁਣੈ ਸੁਣਾਵੇ। ਜੋ ਭਾਈ ਸ਼ਰਧਾ ਭਾਵਨਾ ਦੇ ਨਾਲ ਕਥਾ ਸੁਣਦਾ ਹੈ ਔਰ ਸੁਣਾਉਂਦਾ ਹੈ, ਅੰਤ ਸਮੇਂ ਗੁਰ ਤੇ ਗਤ ਪਾਵੇ। ਅੰਤਲਾ ਸਮਾਂ ਫਿਰ ਉਸ ਦਾ ਐਸਾ ਸਫਲਾ ਹੁੰਦਾ ਹੈ, ਅੰਤਲੇ ਸਮੇਂ ਉਸ ਨੂੰ ਗਤੀ ਪ੍ਰਾਪਤ ਹੁੰਦੀ ਹੈ। ਟੇਢੀਆਂ ਮੇਢੀਆਂ ਜੂਨਾਂ, ਨਰਕਾਂ ਦੇ ਦੁੱਖ ਜਮਾਂ ਦੀ ਮਾਰ, 84 ਲੱਖ ਜੂਨਾਂ ਦਾ ਗੇੜਾ ਹੈ ਜੋ ਇਹਦੇ ਵਿੱਚੋਂ ਨਿਕਲ ਜਾਂਦਾ ਹੈ। ਕਿਵੇਂ? ਕਿਉਂਕਿ ਸਾਰੇ ਜ਼ਿੰਦਗੀ ਉਸ ਨੇ ਕਥਾ ਸੁਣੀ ਹੁੰਦੀ ਹੈ, ਗੁਰੂ ਦਾ ਇਤਿਹਾਸ ਬੈਠ ਕੇ ਸੁਣਿਆ ਹੁੰਦਾ ਹੈ, ਸਤ ਸੰਗਤ ਕੀਤੀ ਹੁੰਦੀ ਹੈ। ਸ਼ਰਧਾ ਕਰ ਜੋ ਸੁਣੈ ਸੁਣਾਵੇ। ਜੋ ਸ਼ਰਧਾ ਭਾਵਨਾ ਦੇ ਨਾਲ ਬੈਠ ਕਰਕੇ ਬੜੇ ਚਾਅ ਦੇ ਨਾਲ ਗੁਰੂ ਸਾਹਿਬਾਨਾਂ ਦੀ ਕਥਾ ਸੁਣਦਾ ਹੈ, ਸੁਣਾਉਂਦਾ ਹੈ, ਅੰਤ ਸਮੇਂ ਗੁਰ ਤੇ ਗਤ ਪਾਵੇ। ਫਿਰ ਅੰਤਲੇ ਸਮੇਂ ਭਾਈ ਉਸ ਦੀ ਗਤੀ ਹੋ ਜਾਂਦੀ ਹੈ। ਅੰਤਲੇ ਸਮੇਂ ਉਸ ਦਾ ਲੋਕ ਪ੍ਰਲੋਕ ਸਵਰ ਜਾਂਦਾ ਹੈ। ਕਿਉਂਕਿ ਅੰਮ੍ਰਿਤ ਵੇਲੇ ਉੱਠ ਕੇ ਕੀਤਾ ਇਸ਼ਨਾਨ ਪਾਣ, ਨਿਤਨੇਮ, ਗੁਰੂ ਸਾਹਿਬਾਨਾਂ ਜੀਆਂ ਦੇ ਦਰਸ਼ਨ ਔਰ ਸਭ ਤੋਂ ਵੱਡੀ ਗੱਲ ਕੀਤੀ ਸਤ ਸੰਗਤ। ਮਨੁੱਖ ਦਾ ਦਿਨ ਪ੍ਰਤ ਦਿਨ ਸਫਲਾ ਕਰੀ ਜਾਂਦੀ ਹੈ। ਇੱਕ ਇੱਕ ਦਿਨ ਦੇ ਨਾਲ ਸੰਗਤ ਜੀ ਐਸਾ ਸਮਾਂ ਆਉਂਦਾ ਹੈ ਕਿ ਮਨੁੱਖ ਦਾ ਜੀਵਨ ਸਫਲਾ ਹੋ ਜਾਂਦਾ ਹੈ। ਫਿਰ ਉਸ ਦਾ ਲੋਕ ਪ੍ਰਲੋਕ ਸਵਰਦਾ ਹੈ। ਇਸ ਪ੍ਰਕਾਰ ਹਜ਼ੂਰ ਸਾਹਿਬ ਤੋਂ ਆਈਆਂ ਹੋਈਆਂ ਸੰਗਤਾਂ ਨੇ ਭਾਈ ਰਾਮ ਕੌਰ ਨੂੰ ਬੇਨਤੀ ਕੀਤੀ ਹੈ, ਭਾਈ ਸਾਹਿਬ ਜੀ ਸਾਨੂੰ ਅਗਲੀ ਕਥਾ ਵੀ ਸੁਣਾਵੋ ਕਿ ਗੁਰੂ ਸਾਹਿਬਾਨਾਂ ਦੇ ਜੀਵਨ ਅੰਦਰ ਹੋਰ ਕੀ ਹੋਇਆ। ਤੇ ਕਵੀ ਜੀ ਇਸ ਪ੍ਰਕਾਰ ਜੋ ਕੱਲ ਤੋਂ ਕਥਾ ਆਰੰਭ ਹੋਵੇਗੀ, ਜੋ ਚੰਦੂ ਦੀ ਲੜਕੀ ਦਾ ਰਿਸ਼ਤਾ ਲੱਭਦੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਘਰ ਵਿਖੇ ਆਉਣਗੇ, ਬੇਨਤੀ ਕਰਨਗੇ। ਇੱਕ ਪੰਡਤ ਹੈ, ਇੱਕ ਨਾਈ ਹੈ,
ਪੁਰਾਤਨ ਸਮਿਆਂ ਵਿੱਚ ਜੋ ਧੀਆਂ ਪੁੱਤਰਾਂ ਦੇ ਰਿਸ਼ਤੇ ਸਨ ਸੰਗਤ ਜੀ, ਉਹ ਵਿਦਵਾਨ ਪੰਡਤ ਹੀ ਕਰਵਾਇਆ ਕਰਦੇ ਸਨ। ਚੰਗਾ ਘਰ-ਬਾਰ ਵੇਖ ਕੇ, ਬਰਾਬਰ ਦੀ ਯੋਗਤਾ ਵੇਖ ਕੇ ਰਿਸ਼ਤਾ ਕਰ ਆਉਂਦੇ ਸਨ। ਏਦਾਂ ਹੀ ਚੰਦੂ ਦੀ ਲੜਕੀ ਦਾ ਰਿਸ਼ਤਾ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਵਾਸਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕੋਲ ਲੈ ਕੇ ਆਉਣਗੇ। ਇਹ ਇਤਿਹਾਸ ਕੱਲ੍ਹ ਤੋਂ ਆਰੰਭ ਹੋਵੇਗਾ। ਸਮੇਂ ਸਿਰ ਹਾਜ਼ਰੀਆਂ ਭਰ ਕੇ ਸੱਚੇ ਪਾਤਸ਼ਾਹ ਦਾ ਇਤਿਹਾਸ ਸਰਵਣ ਕਰਨਾ ਜੀ। ਅੱਜ ਇੱਥੇ ਹੀ ਸਮਾਪਤੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਗੁਰੂ ਕਾ ਇਤਿਹਾਸ, ਗੁਰੂ ਕਾ ਸ਼ਬਦ ਜਾਣ ਕਰਕੇ ਹਿਰਦਿਆਂ ਵਿੱਚ ਵਸਾਉਣਾ, ਤਾਂ ਜੋ ਸਾਡਾ ਲੋਕ ਅਤੇ ਪਰਲੋਕ ਸਵਰ ਸਕੇ। ਆਓ ਆਨੰਦ ਸਾਹਿਬ ਦੀ ਗੁਰਬਾਣੀ ਨਾਲ ਜੁੜੀਏ। ਅੱਜ ਦੀ ਸਮਾਪਤੀ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵੱਜੀਆਂ। ਰਾਗ ਰਤਨ ਪਰਵਾਰ ਪਰੀਆ ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵਹ ਹਰੀ ਕੇਰਾ ਮਨ ਜਿਨੀ। ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰਥ ਸੁਆਮੀ ਸੋ ਕਿਆ ਮਨ। ਕਹ ਨਾਨਕ ਮਨ ਮੇਰੇ ਸਦਾ ਰਹੋ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ। ਘਰ ਦਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ। ਸਦਾ ਸਿਫਤ ਸਲਾਹ ਤੇਰੀ ਨਾਮ ਮਨ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ। ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ। ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਏਸ਼ਾ ਸਭ। ਸਦਾ ਕੁਰਬਾਨ ਕੀਤਾ ਗੁਰ ਵਿਟਾਹਾ ਜਸ ਦੀਆਂ ਇਹ। ਕਾਹ ਨਾਨਕ ਸੁਣਹੁ ਸੰਤਹ ਸ਼ਬਦ ਧਰਹੁ ਪਿਆਰੋ। ਸਾਚਾ ਨਾਮ ਮੇਰਾ ਵਾਜੇ ਪੰਜ ਸ਼ਬਦ ਤਤ ਘਰ ਸੁਭਾਗਾ। ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰ। ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ। ਕਹ ਨਾਨਕ ਤਹ ਸੁਖ ਹੋਆ ਤਿਤ ਕਰ ਅਨਹਦ। ਅਨੰਦ ਸੁਨਹੁ ਵਡ ਭਾਗੀ ਹੋ ਸਗਲ ਮਨੋਰਥ। ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ। ਸੁਣਤੇ ਪੁਨੀਤ ਕਹਤੇ ਪਵਿੱਤ। ਸਤਿਗੁਰ ਰਹਿਆ ਭਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ। ਸਲੋਕ ਪਵਨ ਗੁਰੂ ਪਾਣੀ ਪਿਤਾ। ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ। ਦਾਇਆ ਖੇਲਾ ਸਗਲ ਚੰਗਿਆਈਆਂ ਬੁਰਿਆਈਆਂ। ਵਾਚੈ ਧਰਮ ਹਦੂਰ ਕਰਨੀ ਆਪੋ ਆਪਣੀ। ਕੇ ਨੇੜੇ ਕੇ ਜਿਨੀ ਨਾਮ ਧਿਆਇਆ। ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ। ਕੀਤੀ ਛੁਟੀ ਜਿਨੀ ਨਾਮ ਧਿਆਇਆ। ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ। ਕੀਤੀ ਛੁਟੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।